ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮੇਂ ਰਹੋ ਰਜਾਈ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤੇ ਉਦਰੈ ਸੁਣਤੇ ਉਦਰੈ, ਬਿਨ ਸੇ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਨਾਨਕ ਦਾ ਤੇਰੀ ਸ਼ਰਨਾਈ, ਸਦਾ ਸਦਾ ਬਲਿਹਾਰੇ। ਜੀ ਨਾਨਕ ਦਾਸ ਤੇਰੀ ਸ਼ਰਨਾਈ, ਸਦਾ ਸਦਾ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਆਪ ਛਤਰ ਛਾਇਆ ਹੇਠ ਬੈਠ ਕੇ ਅੰਮ੍ਰਿਤਮਈ ਬਾਣੀ, ਅੰਮ੍ਰਿਤ ਵੇਲੇ ਤੋਂ ਉਸ ਗੁਰਬਾਣੀ ਦੀ ਅੰਮ੍ਰਿਤਮਈ ਵਰਖਾ ਦਾ ਆਨੰਦ ਮਾਣ ਰਹੇ ਹੋ। ਅਤੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜ ਕੇ ਆਪਣੇ ਉਸ ਜੀਵਨ ਦੇ ਮਨੋਰਥ ਨੂੰ ਪੂਰਾ ਕਰ ਰਹੇ ਹੋ। ਜੋ ਮਹਾਰਾਜ ਵੀ ਕਹਿੰਦੇ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਉਸ ਲਾਹ ਲੈਣ ਵਾਸਤੇ ਆਪ ਜੀ ਅੰਮ੍ਰਿਤ ਵੇਲੇ ਜਾ ਕੇ ਰੋਜ਼ਾਨਾ ਹੀ ਸ਼ਮੂਲੀਅਤ ਕਰਦੇ ਹੋ। ਸਾਰੀ ਸੰਗਤ ਨੂੰ ਤਹਿ ਦਿਲ ਤੋਂ ਨਮਸਕਾਰ ਹੈ। ਆਪ ਜੀ ਦੀ ਚਰਨ ਧੂੜਨ ਲੈਣ ਵਾਸਤੇ ਅਸੀਂ ਹਾਜ਼ਰ ਹਾਂ। ਮਹਾਰਾਜ ਕਿਰਪਾ ਕਰਨ। ਬੜੀ ਪਿਆਰ ਸਹਿਤ ਬੇਨਤੀ ਹੈ, ਭਾਈ ਜੇ ਜ਼ਰੂਰੀ ਕੰਮ ਹੈ ਤਾਂ ਠੀਕ ਹੈ, ਨਹੀਂ ਤਾਂ ਕੈਮਰਾ ਔਨ ਕਰਕੇ ਬੈਠੋ, ਤਾਂ ਕਿ ਇਕਾਗਰਤਾ ਸ਼ਬਦ ਦੀ ਹਮੇਸ਼ਾ ਦੇਖ ਕੇ ਸਾਹਮਣੇ ਉਸ ਇਕਾਗਰਤਾ ਬਣਦੀ ਹੈ। ਜੇ ਮਨ ਦੀ ਇਕਾਗਰਤਾ ਚਾਹੀਦੀ ਹੈ ਤਾਂ ਪਹਿਲਾਂ ਸਰੀਰ ਰੂਪੀ ਇਕਾਗਰਤਾ ਚਾਹੀਦੀ ਹੈ। ਜੇ ਭਾਂਡੇ ਵਿੱਚ ਬਾਲਟੀ ਵਿੱਚ ਪਾਣੀ ਨੂੰ ਟਿਕਾਉਣਾ ਹੈ ਨਾ, ਮਨ ਨੂੰ ਟਿਕਾਉਣਾ ਹੈ, ਤੇ ਬਾਲਟੀ ਨੂੰ ਟਿਕਾਣਾ ਪਏਗਾ। ਸਰੀਰ ਟਿਕ ਗਿਆ, ਮਹਾਰਾਜ ਜੀ ਦੇ ਕਹਿੰਦੇ ਨੇ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਰ ਸਵਾਰੇ। ਤੂੰ ਥਿਰ ਕੇ ਟਿਕ ਕੇ ਬੈਠ ਜਾ ਤਾਂ ਕਿ ਤੇਰੇ ਕਾਰਜ ਸਵਰ ਜਾਣ। ਤੋ ਆਓ, ਪਿਛਲੇ ਹਫਤੇ ਤੋਂ ਜਿਸ ਤਰ੍ਹਾਂ ਹੁਕਮ ਹੋਇਆ ਸੀ ਕਿ ਸ਼ਬਦ ਹਜ਼ਾਰੇ ਦੀ ਵਿਚਾਰ ਅਸੀਂ ਮਿਲ ਬੈਠ ਕੇ ਸਾਂਝ ਕਰਨੀ ਹੈ, ਮਹਾਰਾਜ ਨੇ ਪਹਿਲੇ ਸ਼ਬਦ ਵਿੱਚ ਅਸੀਂ ਵਿਚਾਰ ਸਾਂਝ ਕੀਤੀ ਸੀ। ਅੱਜ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਆਰੰਭ ਹੋਣੇ ਹਨ। 6 ਸ਼ਬਦ ਹਨ। ਮਹਾਰਾਜ ਕਿਰਪਾ ਕਰਨ ਅਸੀਂ 6 ਸ਼ਬਦਾਂ ਨੂੰ 6 ਵਾਰੀਆਂ ਵਿੱਚ ਮਹਾਰਾਜ ਸੇਵਾ ਲੈਣ। ਜੇ ਸਵਾਸ ਮਹਾਰਾਜ ਨੇ ਬਖਸ਼ੇ ਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਇਹ ਸ਼ਬਦ ਹਜ਼ਾਰੀ ਬਾਣੀ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਬਾਣੀ ਦਾ ਨਾਮ ਨਹੀਂ ਹੈ। ਸਿਰਫ ਅੱਗੇ ਚੱਲ ਕੇ ਇਹਨਾਂ ਨੂੰ ਬਾਣੀਆਂ ਨੂੰ ਇਕੱਠੇ ਕਰਕੇ ਤੇ ਸ਼ਬਦ ਹਜ਼ਾਰੇ। ਬਹੁਤ ਮਹੱਤਵ ਇਸ ਬਾਣੀ ਪੜ੍ਹਨ ਦਾ। ਅਸੀਂ ਛੋਟੇ ਹੁੰਦੇ ਸਾਂ, ਸਾਡੇ ਨਿਤਨੇਮ ਦਾ ਇੱਕ ਹਿੱਸਾ ਵੀ ਹੁੰਦਾ ਸੀ, ਪਰ ਸਮੇਂ ਦੀ ਨਜ਼ਾਕਤ ਨੂੰ ਵੇਖ ਕੇ ਇਸ ਨੂੰ ਬਾਣੀ ਵਿੱਚ ਘਟਾਵ ਕਰਕੇ ਤੇ ਅਸੀਂ 5 ਬਾਣੀਆਂ ਤੱਕ ਅਸੀਂ ਸੀਮਤ ਰਹਿ ਗਏ। ਪਹਿਲਾਂ 5 ਗ੍ਰੰਥੀ ਹੁੰਦੀ ਸੀ, 10 ਗ੍ਰੰਥੀ, ਸੁੰਦਰ ਗੁਟਕਾ, ਬਹੁਤ ਬਾਣੀਆਂ ਪੜ੍ਹਨ ਦਾ ਸਿੱਖ ਨੂੰ ਚਾਅ ਹੁੰਦਾ ਸੀ। ਇਹ ਜਿਹੜੀ ਸ਼ਬਦ ਹਜ਼ਾਰੇ ਬਾਣੀ ਹੈ, ਮਹਾਂਪੁਰਖ ਲੋਕ ਦੱਸਦੇ ਸਨ ਕਿ ਇਹ ਸ਼ਬਦ ਹਜ਼ਾਰੇ
अगर कोई ਇਹਦਾ ਪਾਠ ਕਰਦਾ ਹੈ ਉਹਨੂੰ ਹਜ਼ਾਰਾਂ ਸ਼ਬਦ ਦਾ ਲਾਭ ਇੱਕ ਵਾਰੀ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਸ਼ਬਦ ਹਜ਼ਾਰੇ ਬਾਣੀ ਕੋਸ਼ਿਸ਼ ਕਰੋ ਆਪਣੇ ਨਿਤਨੇਮ ਦਾ ਅਸੀਂ ਹਿੱਸਾ ਬਣਾਈਏ। तो आओ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਦੀ ਆਰੰਭਤਾ ਹੋਣੀ ਹੈ। ਮਨ ਬਿਰਤੀ ਇਕਾਗਰ ਕਰੋ। ਇਸੇ ਤਰ੍ਹਾਂ ਪਿਆਰ ਦੇ ਸਬੂਤ ਵਿੱਚ ਮਨ ਦੀ ਗਹਿਰਾਈਆਂ ਵਿੱਚੋਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਤਨਾਸਰੀ ਮਹਿਲਾ ਪਹਿਲਾ। ਇਹ ਰਾਗ ਤਨਾਸਰੀ ਹੈ ਕਿਉਂਕਿ ਸਾਰੀ ਰਾਗ ਬਾਣੀ ਤੇ ਰਾਗਾਂ ਤੇ ਆਧਾਰਿਤ ਹੈ। तो ये राग गुरु साहब ने धनासरी राग लिया है। और इनू पढ़न का पहला भी मैं कहा सी कभी भी कोई शब्द की आरंभता करो उन्होंने धनासरी अर्ध विश्राम दे के महला पहला, क्योंकि असी इस गल नूं ध्यान दईए इवें नहीं पढ़ना धनासरी महला पहला, नहीं, धनासरी महला पहला भाव कि राग धनासरी है, महला हुंदा शरीर। वो पहले शरीर दे विचों परमात्मा गुरु नानक पातशाह दे उस मुखार बिंद तो ये बाणी उचारी गई है। घर पहला इनू गाउण दे नाल ये संबंधित है। जिहड़े रागी सिंह ने, जिहड़े गवैये ने, जिहड़े गाउंदे ने, उन्होंने ये पता है कि इसनू गाउण ते ये पहले घर विच गाउणा है। इस सुर ताल दे नाल इहदा मेल है, भाव संगीत दा ये संकेत है क्योंकि बाणी संगीत ते भी आधारित है। अजकल ठीक है असी रागां विच बाणी ज़्यादा मशक्कत नहीं करते, पर ये सारी बाणी जे धनासी राग किसी ने गाना है ना, ये शब्द गाना है तो धनासी राग विच गाना पेगा। पर अजकल फिल्मी ट्यूनां या जो भी ने, चलो यह अलग विशा है। घर पहला, इनू घर पहले विच गाउण दी महाराज ने हिदायत की है। चौपदे, ये 4 पदियां दा शब्द है। ਇਹਦਾ ਭਾਵ यही असी पहला भी असी विचार की सी गुरबाणी विच हैडलाइन के उत्ते ही आ जाता है 1 पदे 2 पदे 30 पदे 5 पदे, इस तरह 6 पदे तो फिर अष्टपदियाँ, इस तरह चलता है। तो ये मजनूम है गुरबाणी का, पता लग जाए कि चौपदे ये 4 बंदा वाला ये शब्द आ रहा है। तो महाराज ने इस तो पहला कोई राग आरंभ होता है, महाराज ने उस पर अकाल पुरख परमात्मा दे उस स्वरूप का वर्णन किया है, जिदे विच क्या है, एक ओंकार सतनाम करता पुरख निरभव निर्वैर अकाल मूरत अजूनी सैभंग गुर प्रसाद। आप माई भाई जरूर नोट करो जे इंटरस्टिड रखते हो, क्योंकि असी कह के अगे चले जाना है। ये मूल मंत्र साध संगत पूर्ण रूप विच है, इनू पूर्ण स्वरूप कहते हैं। गुरु ग्रंथ साहिब विच ये 33 वार आया है। ध्यान देना, ये स्वरूपों के तुहानूं 4 तरह के अलग अलग दर्शन होणगे। ये पहला रूप है बड़ा जिहड़ा संपूर्ण है, जो महाराज वही नदी विच जदों उस परमात्मा दे नाल इकमिक होए ते परमात्मा अगे एक पुकार की, हे सच्चे परमात्मा, हे वाहिगुरू, तुसीं कह रहे हो संसार विच जाके संसार दे दरिद्र नूं, जात पात दे कोड़ नूं, कर्म कांडां नूं, ये सारियां जो कुरतियां चल रही ने इनू जाके दूर करो और सुते पियां नूं अज्ञानता दी नींदर विचों जगा के इन्हां नूं ज्ञान दी रोशनी विच लियाओ ते जाओ संसार विच। ते उस वेले फिर गुरु नानक पातशाह ने उस परमात्मा अगे पुकार की, हे परमात्मा, मनु तुसीं भेजते रहे हो पर मेरे हाथ पल्ले कुछ नहीं। देखो निमरता है गुरु नानक पातशाह दी। तो उस वेले जदों वही नदी तो महाराज 2 दिन बाद बाहर आए तो ये फिर ये बख्शिश की एक ओंकार तो गुर प्रसाद तक। तो ये महाराज ने इस दे विच परमात्मा दे 8 वो तमाम गुण ने जो परमात्मा विच ने, पर उहदी प्राप्ति गुर प्रसाद द्वारा होनी है। गुरु की कृपा द्वारा, गुरु की प्राप्ति तो बख्शिश तो बिना इसकी प्राप्ति रब जी की नहीं हो सकती। तो गुरु धारण करना, गुर मंत्र वो गुरु पासों 5 प्यारियां कोलों सानू प्राप्त होंदा है। तो ये स्वरूप है जिहड़ा 33 वार संपूर्ण रूपी तुरशी श्री गुरु ग्रंथ साहिब विच इहदे दर्शन करोगे। एक स्वरूप होर आंदा है, एक ओंकार सतनाम करता पुरख गुर प्रसाद। ये साध संगत 9 वारी आंदा है, नोट करना, 33 वारी पूर्ण 9 वारी है। एक आंदा है एक ओंकार
ਸਤਨਾਮ ਗੁਰਪ੍ਰਸਾਦ। ਇਹ 2 ਵਾਰੀ ਤੁਹਾਨੂੰ ਇਸ ਸਰੂਪ ਦੇ ਦਰਸ਼ਨ ਹੋਣਗੇ। ਇੱਕ ਚੌਥੀ ਵਾਰੀ ਆਉਂਦਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹਦਾ ਭਾਵ ਇਹ ਆਉਂਦਾ 523 ਵਾਰ, ਤੇ ਇਹਦਾ ਜੇ ਟੋਟਲ ਕਰੋਗੇ ਤੇ 5 6 7 567 ਵਾਰੀ ਇਸ ਮੂਲ ਮੰਤਰ ਦੀ ਗੁਰੂ ਮਹਾਰਾਜ ਨੇ ਵਰਤੋਂ ਕੀਤੀ ਹੈ। ਉਹ ਕਿਸੇ ਰੂਪ ਵਿੱਚ ਵੀ ਆਵੇ, ਭਾਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵੇ, ਭਾਵੇਂ ਪੂਰਨ ਰੂਪ ਵਿੱਚ ਆਵੇ, ਭਾਵੇਂ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਆਵੇ, ਭਾਵ ਇਹੀ ਹੋਏਗਾ ਕਿ ਮਹਾਰਾਜ ਇਹ ਸਮਝਾ ਰਹੇ ਨੇ ਕਿ ਇਹ ਸਾਰਾ ਹੀ ਮੂਲ ਮੰਤਰ ਹੈ। ਸ਼ਾਰਟ ਵਿੱਚ ਮਹਾਰਾਜ ਨੇ ਕਿੱਥੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ ਹੈ। ਸੋ ਰੋਹ ਵਿਚਾਰ ਇਸ ਗੱਲ ਨੂੰ ਮੈਂ ਤਾਂ ਜ਼ਿਕਰ ਕੀਤਾ ਹੈ ਕਿ ਕਈ ਵਾਰੀ ਕਈ ਸਰੀਰ ਪੁੱਛਦੇ ਨੇ ਕਿ ਮਹਾਰਾਜ ਦੇ ਇਸ ਸਰੂਪ ਦੇ ਕਿੰਨੀ ਵਾਰੀ ਮਹਾਰਾਜ ਦੇ ਦਰਸ਼ਨ ਹੁੰਦੇ ਹਨ। ਟੋਟਲ 5 6 7 33 ਵਾਰ ਸੰਪੂਰਨ, 9 ਵਾਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, 2 ਵਾਰੀ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ, ਤੇ 523 ਵਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ, ਟੋਟਲ 567। तो महाराज मैं शॉर्ट विच इस मूल मंत्र ਨੂੰ ਅਸੀਂ ਵਿਚਾਰ ਕੇ ਤੇ ਫਿਰ ਸ਼ਬਦ ਦੀ ਵਿਚਾਰ ਵਸੀ ਅਸੀਂ ਮੁੜਨਾ ਹੈ। ਮਹਾਰਾਜ ਕਿਰਪਾ ਕਰਨ। ਮਹਾਰਾਜ ਕਹਿੰਦੇ ਨੇ ਇੱਕ ਓੰਕਾਰ ਉਚਾਰਨ ਵੀ ਸ਼ੁੱਧ ਕਰ ਲਈ ਆਪਣਾ ਨਾਲੋਂ ਨਾਲ, ਕਿਉਂਕਿ ਬਾਣੀ ਉਚਾਰਨ ਤਿੰਨ ਢੰਗ ਹੁੰਦੇ ਨੇ ਬਾਣੀ ਪੜ੍ਹਨ ਦੇ। ਇੱਕ ਹੁੰਦਾ ਸ਼ੁੱਧ ਉਚਾਰਨ, ਇੱਕ ਹੁੰਦਾ ਠਹਿਰਾਵ, ਤੇ ਇੱਕ ਹੁੰਦਾ ਬਾਣੀ ਨੂੰ ਸਮਝ ਕੇ ਪੜ੍ਹਨਾ, ਤੇ ਫਿਰ ਤੁਹਾਨੂੰ ਬਾਣੀ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਏਗਾ। ਕਈ ਕਹਿੰਦੇ ਨੇ ਬਾਣੀ ਵਿੱਚ ਰਸ ਨਹੀਂ ਹੈ। ਇਹ 3 ਚੀਜ਼ਾਂ ਦਾ ਧਿਆਨ ਰੱਖਣਾ ਪਏਗਾ। ਇੱਕ ਪੜ੍ਹਨ ਵਕਤ ਸ਼ੁੱਧਤਾ, ਨਹੀਂ ਸਮਝ ਕਿਸੇ ਕੋਲੋਂ ਪੜ੍ਹ ਲਓ, ਸੁਣ ਲਓ। ਅੱਜ ਕੱਲ੍ਹ ਐਪ ਨੇ ਵੌਇਸ ਮੈਸੇਜ ਦੇ ਵੀ ਸਾਰੀਆਂ ਤੁਹਾਨੂੰ ਐਪ ਮਿਲ ਜਾਣਗੀਆਂ ਪੂਰੇ ਗੁਰੂ ਗ੍ਰੰਥ ਸਾਹਿਬ ਦੀਆਂ। ਤੋ ਇੱਕ ਪੜ੍ਹਨ ਵਕਤ ਸ਼ੁੱਧੀ, ਇੱਕ ਠਹਿਰਾਵ, ਕਿੱਥੇ ਰੋਕਣਾ ਹੈ, ਕਿੱਥੇ ਅਰਧ ਵਿਸ਼ਰਾਮ ਹੈ, ਕਿੱਥੇ ਚੱਲਣਾ ਹੈ। ਇੱਕ ਕੁਝ ਉਹਦੇ ਅਰਥਾਂ ਦਾ ਗਿਆਨ ਬੋਧ ਹੋਣਾ ਚਾਹੀਦਾ ਹੈ। ਤੋ ਮਹਾਰਾਜ ਕਹਿੰਦੇ ਨੇ ਇੱਕ ਓੰਕਾਰ, ਇਹਨੂੰ ਥੋੜ੍ਹਾ ਜਿਹਾ ਲਟਕਾ ਕੇ, ਇੱਕ ਓੰਕਾਰ। ਉਹ ਪਰਮਾਤਮਾ ਇੱਕ ਹੈ, ਉਹ ਹਰ ਇੱਕ 'ਚ ਹੈ, ਪਰ ਉਹਦਾ ਕੋਈ ਆਕਾਰ ਨਹੀਂ ਹੈ। ਦੇਖੋ ਇੱਥੋਂ ਹੀ ਗੇਮ, ਇੱਥੋਂ ਹੀ ਸਾਰੀ ਖੇਡ ਚਾਲੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ। ਜਿਹਨੇ ਇੱਕ ਓੰਕਾਰ ਨੂੰ ਡੀਪਲੀ ਅਗਰ ਉਹਨੂੰ ਗਿਆਨ ਲੈ ਲਿਆ ਨਾ, ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਿੱਚ ਦਿੱਕਤ ਨਹੀਂ ਹੋਏਗੀ। ਜੇ ਅਸੀਂ ਇੱਕ ਦੇ ਪੁਜਾਰੀ ਬਣ ਗਏ, ਕਿਉਂਕਿ ਪਰਮਾਤਮਾ ਹੈ ਹੀ ਸਰਬਨ ਸਾਚਾ, ਏਕ ਹੈ, ਉਹ ਪਰਮਾਤਮਾ ਇੱਕ ਹੈ। ਮਹਾਰਾਜ ਕਹਿੰਦੇ ਨੇ ਤੂੰ ਹੋਰ ਇੱਧਰ ਉੱਧਰ ਛੱਡ ਦੇ ਗੱਲਾਂ, ਪਰਮਾਤਮਾ ਇੱਕ ਹੈ, ਔਰ ਉਹਦਾ ਰੂਪ ਸਾਰੀ ਜਗ੍ਹਾ ਹੈ, ਉਹ ਸਰਵ ਵਿਆਪਕ ਹੈ। ਸਤਨਾਮ, ਉਹਦਾ ਨਾਮ ਸਤ ਹੈ। ਸਤ ਤੋਂ ਭਾਵ ਸਤ ਕੀ ਹੈ? ਸਦੀਵੀ ਹੈ, ਸਦਾ ਹੀ ਰਹਿਣਾ, ਸਦਾ ਰਹਿਣ ਵਾਲਾ ਉਹਦਾ ਨਾਮ ਸਤਨਾਮ ਹੈ। ਅੱਗੋਂ ਮਹਾਰਾਜ ਕਹਿੰਦੇ ਨੇ ਕਰਤਾ ਪੁਰਖ, ਕਰਤਾ ਕ੍ਰੀਏਟਰ ਹੈ, ਬਣਾਉਂਦਾ ਹੈ ਸੰਸਾਰ ਨੂੰ। ਇਹ ਸਾਰੀ ਰਚਨਾ ਪਰਮਾਤਮਾ ਵੱਲੋਂ ਬਣੀ ਹੋਈ ਹੈ, ਨਾ ਤੁਸੀਂ ਬਣਾਈਏ ਨਾ ਮੈਂ ਬਣਾਈਏ। ਇਹ ਬਣਾਉਣ ਵਾਲਾ ਸਿਰਫ ਇੱਕੋ ਪਰਮਾਤਮਾ ਹੈ। ਆਪੇ ਭਾਂਡੇ ਸਾਜੀਆਂ ਵਾਲੀ ਗੱਲ, ਆਪੇ ਹੀ ਉਸਨੇ ਸਾਰੀ ਭਾਂਡੇ ਸਾਜੇ ਹੋਏ ਨੇ। ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਵੱਲੋਂ ਬਣੀ ਹੋਈ ਹੈ, ਕੋਈ ਹੋਰ ਬਣਾਉਣ ਵਾਲਾ ਨਹੀਂ। ਕਿਉਂਕਿ ਮਹਾਰਾਜ ਨੇ ਪਹਿਲਾਂ ਲਿਖ ਦਿੱਤਾ ਇੱਕ, ਇਹਦਾ ਮਤਲਬ ਉਹ ਹੀ ਕਰ ਰਿਹਾ, ਹੋਰ ਕੋਈ ਪਹਿਲਾਂ ਬਿਉਂਤ ਬਣਾਈ ਸੀ ਲੋਕਾਂ ਮਨੋਤ ਸੀ। ਮਹਾਰਾਜ ਕਹਿੰਦੇ ਨੇ ਕੋਈ ਸਮਝਦਾ ਸੀ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਕਈਆਂ ਨੇ ਕਿਹਾ ਵਿਸ਼ਨੂੰ, ਫਿਰ ਅੱਗੋਂ ਮਹਾਦੇਵ। ਇਹ ਸਭ ਇਹੀ ਸ੍ਰਿਸ਼ਟੀ ਬਣਾਉਂਦੇ ਨੇ, ਇਹੀ ਚਲਾਉਂਦੇ ਨੇ, ਇਹੀ ਨਾਸ਼ ਕਰਦੇ ਨੇ। ਮਹਾਰਾਜ ਕਹਿੰਦੇ ਕੋਈ ਹੋਰ ਕੋਈ ਸ਼ਕਤੀਆਂ ਕੋਈ ਨਹੀਂ, ਇਹਨਾਂ ਨੂੰ ਹੀ ਚਲਾਉਣ ਵਾਲਾ ਰੱਬ ਹੀ ਹੈ। ਤੋ ਇਟ ਮੀਨਸ ਰੱਬ ਹੀ ਆਲ ਇਨ ਆਲ ਹੈ। ਤੋ ਪਰਮਾਤਮਾ ਦਾ ਨਾਮ ਸਤ ਹੈ, ਉਹ ਸਦਾ ਰਹਿਣ ਵਾਲਾ ਹੈ, ਕਰਤਾ ਹੈ, ਕ੍ਰੀਏਟਰ ਹੈ, ਪੁਰਖ ਸਭ ਵਿੱਚ ਮਿਲਿਆ ਹੋਇਆ ਹੈ, ਬਣਾ ਕੇ ਜੀਵਾਂ ਨੂੰ ਹਟ ਨਹੀਂ ਗਿਆ, ਸਾਰੇ ਜੀਵਾਂ ਵਿੱਚ ਹੈ, ਪਰ ਆਪ ਇੱਕ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਉਹ ਅਨੇਕ ਹੁੰਦਿਆਂ ਹੋਇਆਂ ਵੀ ਉਹ ਪਰਮਾਤਮਾ ਇੱਕ ਹੈ, ਸਾਰੇ ਵਿੱਚ ਹੈ, ਸਾਰੇ ਪਰਮਾਤਮਾ ਨੇ। ਪਰ ਕਮਾਲ ਦੀ ਗੱਲ ਹੈ ਸਭ ਵਿੱਚ ਹੁੰਦਿਆਂ ਆਪ ਇੱਕੋ ਹੀ ਹੈ। ਤੋ ਮਹਾਰਾਜ ਕਹਿੰਦੇ ਨੇ ਉਹ ਕਰਤਾ ਪੁਰਖ ਹੈ, ਨਿਰਭਉ, ਭਉ ਡਰ, ਉਹਨੂੰ ਡਰ ਨਹੀਂ ਕਿਸੇ ਦਾ। ਦੇਖੋ ਆਪਣੇ ਤੋਂ ਵੱਡੇ ਦਾ ਡਰ ਹੁੰਦਾ ਹੈ, ਪਰ ਉਹ ਪਰਮਾਤਮਾ ਕਿਸੇ ਤੋਂ ਡਰਦਾ ਨਹੀਂ ਹੈ, ਉਹ ਭੈ ਤੋਂ ਰਹਿਤ ਹੈ। ਕਿਉਂਕਿ ਉਹਦੇ ਅੰਦਰ ਛਲ ਕਪਟ ਨਹੀਂ ਹੈ, ਉਹਦੇ ਅੰਦਰ ਕੋਈ ਵਿਕਾਰ ਨਹੀਂ। ਬੰਦਾ ਚੋਰ ਹੋਏ ਉਹੀ ਡਰਦਾ ਹੈ ਨਾ। ਪਰਮਾਤਮਾ
ਨਿਰਲੇਪ ਹੈ, ਉਹ ਕਿਸੇ ਤੋਂ ਡਰਦਾ ਨਹੀਂ ਹੈ। ਪਰ ਇਹ ਗੱਲ ਹੈ, ਜਿਹੜਾ ਪਰਮਾਤਮਾ ਦੇ ਨਾਲ ਜੁੜ ਜਾਏਗਾ, ਜਿਹੜੇ ਪਰਮਾਤਮਾ ਨੂੰ ਜਪਣ ਲੱਗ ਪਏਗਾ, ਉਹ ਵੀ ਨਿਰਭਉ ਹੋ ਜਾਏਗਾ। ਨਿਰਭਉ ਜਪੈ ਸਗਲ ਭਉ ਮਿਟੈ। ਤੋ ਮਹਾਰਾਜ ਕਹਿੰਦੇ ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਦੇਖੋ, ਜੇ ਉਹ ਕਿਸੇ ਦੇ ਨਾਲ, ਕਿਸੇ ਕੋ ਡਰਦਾ ਹੀ ਨਹੀਂ, ਤੇ ਵੈਰ ਵੀ ਨਹੀਂ ਹੋਏਗਾ ਕਿਸੇ ਦੇ ਨਾਲ। ਦੇਖੋ, ਵੈਰ ਤਾਂ ਹੁੰਦਾ ਹੈ ਜਦੋਂ ਕਿਸੇ ਕੋਲ ਡਰਦਾ ਹੈ ਬੰਦਾ। ਅਸੀਂ ਡਰ ਜਾਂਦੇ ਹਾਂ ਕਈ ਜਗ੍ਹਾ 'ਤੇ, ਬਈ ਮੌਤ ਆ ਜਾਏਗੀ, ਇਹ ਹੋ ਜਾਏਗਾ, ਇਹ ਬੰਦਾ ਨਹੀਂ ਚੰਗਾ, ਉਹ ਚੰਗਾ ਨਹੀਂ। ਪਰ ਪਰਮਾਤਮਾ ਦੇ ਘਰ ਇਹ ਖੇਡ ਨਹੀਂ ਹੈ। ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਅਕਾਲ ਮੂਰਤ, ਕਾਲ ਤੋਂ ਰਹਿਤ ਹੈ, ਉਹਨੂੰ ਮੌਤ ਨਹੀਂ ਆ ਸਕਦੀ। ਕਾਲ ਹੁੰਦਾ ਮੌਤ, ਸਮਾਂ ਕਹਿ ਲਓ। ਸਾਨੂੰ ਤੁਹਾਨੂੰ ਸਭ ਨੂੰ ਮੌਤ ਆਣੀ ਹੈ। ਸਭਨਾ ਮਰਨਾ ਆਇਆ, ਵਿਛੋੜਾ ਸਭਨਾ। ਇੱਕ ਦਿਨ ਸਭ ਨੇ ਸੋਰੇ ਵੰਜਨਾ, ਤੇ ਸਭ ਮੁਕਲਾਵਣ ਹਾਰ। ਸਭ ਦਾ ਮੁਕਲਾਵਾ ਆਣਾ ਹੈ। ਪਰ ਰੱਬ ਅਕਾਲ ਹੈ, ਉਹਦੀ ਮੌਤ ਨਹੀਂ ਆਣੀ, ਕਿਉਂਕਿ ਉਹ ਮੌਤ ਬਣਾਉਣ ਵਾਲਾ ਹੈ। ਜਿਹੜਾ ਬਣਾਉਣ ਵਾਲਾ ਉਹਨੂੰ ਨਹੀਂ ਆ ਸਕਦੀ। ਨਾ ਉਹ ਮਰੇ ਨਾ ਹੋਵੇ ਸੋਗ। ਸੋਗ ਤੇ ਉਹਦਾ ਹੋਏਗਾ ਜਿਹੜਾ ਮਰੇਗਾ। ਪਰਮਾਤਮਾ ਸਦਾ ਜੀਵ ਹੈ, ਸਦ ਸੁਣਦਾ, ਸਦ ਵੇਖਦਾ। ਕਿਹਦੇ ਵਿੱਚ? ਸ਼ਬਦੇ ਰਿਹਾ ਭਰਪੂਰ, ਕਿਸੇ ਸਰੀਰ ਵਿੱਚ ਨਹੀਂ, ਸ਼ਬਦ ਦੇ ਵਿੱਚ। ਉਹ ਸਦਾ ਜੀਵਤ ਹੈ। ਅਕਾਲ ਮੂਰਤ, ਉਹਦੀ ਹਸਤੀ ਸਦਾ ਰਹਿਣ ਵਾਲੀ ਹੈ। ਇਹ ਕਿੰਨੇ ਹੀ ਰਾਜੇ ਆਏ ਹੋਣੇ ਨੇ, ਕਿੰਨੇ ਹੀ ਲੰਕਾ ਤੇ ਕਿੰਨਾ ਕੁਛ, ਰਾਵਣ ਵਰਗੇ, ਹਰਨਾਕਸ਼ ਵਰਗੇ, ਹੈ ਕਿਤਨੇ ਵੱਡੇ ਵੱਡੇ ਰਾਜੇ ਪੀਰ ਆਏ, ਸਿਕੰਦਰ ਵਰਗੇ। ਹਸਤੀ ਰਹੀ ਨਹੀਂ, ਸਮਾਂ ਪਾ ਕੇ ਖਤਮ ਹੋ ਗਈ। ਪਰਮਾਤਮਾ ਦੀ ਸ਼ਕਤੀ, ਪਰਮਾਤਮਾ ਦੀ ਹਸਤੀ, ਪਰਮਾਤਮਾ ਦੀ ਤਾਕਤ, ਪਰਮਾਤਮਾ ਦੀ ਪਾਵਰ ਐਵਰੀ ਟਾਈਮ ਹੈ। ਉਹ ਆਦ ਸੱਚ, ਜੁਗਾਦ ਸੱਚ ਹੈ, ਪੀ ਸੱਚ, ਪ੍ਰੈਜੈਂਟ ਵੀ। ਨਾਨਕ ਹੋਸੀ ਪੀ ਸੱਚ, ਸੱਚ ਰਹਿਣਾ, ਉਹਨੇ ਥਿਰ ਰਹਿਣਾ ਹੀ ਰਹਿਣਾ। ਤਾਂ ਉਹਦਾ ਉਹ ਅਕਾਲ ਹੈ, ਉਹਦੀ ਮੌਤ ਨਹੀਂ ਹੋਣੀ। ਤੇ ਜੇ ਤੁਸੀਂ ਰੱਬ ਨਾਲ ਜੁੜ ਗਏ, ਮੈਂ ਜੁੜ ਗਿਆ, ਕੀ ਹੋਏਗਾ? ਅਸੀਂ ਵੀ ਮੌਤ ਤੋਂ, ਅਕਾਲ ਭਾਵ ਕਿ ਸਾਡੀ ਵੀ ਬਾਰ-ਬਾਰ ਮੌਤ ਨਹੀਂ ਹੋਏਗੀ, ਅਸੀਂ ਵੀ ਅਕਾਲ ਹੋ ਜਾਵਾਂਗੇ। ਤਾਂ ਮਹਾਰਾਜ ਕਹਿੰਦੇ ਨੇ ਆਜੂਨੀ, ਇਹਨੂੰ ਆਜੂਨੀ ਨਹੀਂ ਪੜ੍ਹਨਾ, ਅਜੂਨੀ। ਉਹ ਜੂਨਾਂ ਵਿੱਚ ਨਹੀਂ ਆਉਂਦਾ, ਕਿਉਂਕਿ ਉਹ ਸਰੀਰ ਹੀ ਨਹੀਂ ਹੈ। ਜੂਨਾਂ ਵਿੱਚੋਂ ਆਏਗਾ ਜਿਹਦਾ ਸਰੀਰ ਹੋਏਗਾ। ਜੇ ਸਰੀਰ ਹੋਏਗਾ, ਉਹਦੀ ਮਾਂ ਵੀ ਹੋਏਗੀ, ਤੇ ਜੇ ਮਾਂ ਹੋਏਗੀ ਤੇ ਪਿਓ ਵੀ ਹੋਏਗਾ, ਫਿਰ ਦਾਦਾ ਵੀ ਹੋਏਗਾ। ਪਰ ਉਸ ਪਰਮਾਤਮਾ ਦਾ ਜੂਨਾਂ ਵਿੱਚ ਆਉਂਦਾ ਨਹੀਂ, ਕਿਉਂਕਿ ਉਹ ਜੋਤ ਹੈ। ਸੈਭੰ, ਉਹ ਸੁੱਤੇ ਸਿੱਧ ਪ੍ਰਕਾਸ਼ ਹੋਇਆ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਜੇ ਤੁਸੀਂ ਸੋਚੋ ਕਿ ਰੱਬ ਨੂੰ ਫਲਾਣੇ ਨੇ ਬਣਾਇਆ ਹੋਏਗਾ, ਐਵੇਂ ਬਣਾਇਆ, ਨਹੀਂ। ਰੱਬ ਆਪਣੇ ਆਪ ਤੋਂ ਹੀ ਪ੍ਰਗਟ ਹੋਇਆ ਹੈ। ਤੂੰ ਆਪੇ ਹੀ ਆਪ ਹੈ, ਆਪ ਕਾਰਨ ਕੀਆ। ਤੂੰ ਆਪੇ ਆਪ ਨਿਰੰਕਾਰ ਹੈ, ਕੋ ਵਰਨਾ ਬੀਆ। ਤੂੰ ਕਰਨ ਕਾਰਨ ਸਮਰਥ ਹੈ, ਤੂੰ ਕਰੇ ਸੋ ਥੀਆ। ਤੂੰ ਅਨ ਮੰਗਿਆ ਦਾਨ ਦੇਵਨਾ, ਸਭਨਾ ਹੈ ਜੀਆ। ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਨਾਮ ਮੁਖ ਹਰ ਦੀਆ। ਉਹ ਆਪ ਹੀ ਹੈ, ਆਪਣੇ ਆਪ ਤੋਂ ਹੀ ਪ੍ਰਗਟ ਹੋਇਆ ਹੈ। ਉਹਨੂੰ ਕੋਈ ਉਹਦਾ ਸ਼ਰੀਕ ਨਹੀਂ ਹੈ, ਕੋਈ ਉਹਦਾ ਵੈਰੀ ਨਹੀਂ ਹੈ, ਕੋਈ ਉਹਦਾ ਕੋਈ। ਪਰਮਾਤਮਾ ਆਪਣੇ ਆਪ ਤੋਂ ਪੈਦਾ ਹੋਇਆ ਹੈ। ਪਰ ਇੰਨੇ ਗੁਣ ਹੋਣ ਤੋਂ ਬਾਅਦ 8 ਗੁਣ ਨੇ ਪਰਮਾਤਮਾ ਦੇ। ਮਿਲੇਗਾ ਕਿਵੇਂ? ਗੁਰ ਪ੍ਰਸਾਦ। ਇਹਨੂੰ ਪ੍ਰਸਾਦ ਨਹੀਂ ਪੜ੍ਹਨਾ, ਪ੍ਰਸਾਦ। ਪੱਪੇ ਦੇ ਪੈਰਾਂ ਥੱਲੇ ਰਾਰਾ ਹੈ। ਇਹ ਸ਼ਬਦਾਂ ਦਾ ਅਰਥ ਹੋਈ ਹੋਏਗਾ ਪ੍ਰਸਾਦ। ਕਿੱਥੇ ਰਾਰਾ ਵੀ ਆਇਆ ਮੁਕਤਾ, ਪਰ ਇੱਥੇ ਪੈਰਾਂ ਪੱਪੇ ਨੂੰ ਅੱਧਾ ਰਾਰਾ ਪਾਇਆ ਪ੍ਰਸਾਦ। ਜਿਸ ਤਰ੍ਹਾਂ ਕਿਰਪਾ ਆਉਂਦਾ ਨਾ, ਕੱਕੇ ਨੂੰ ਰਾਰਾ ਆਉਂਦਾ ਹੈ ਕਿਰਪਾ, ਕਿਰਪਾ। ਤੇ ਇਸ ਕਰਕੇ ਮਹਾਰਾਜਾ ਤੇ ਕਹਿੰਦੇ ਨੇ, ਜੇ ਰੱਬ ਨੂੰ ਹੁਣ ਸਵਾਲ ਖੜਾ ਹੁੰਦਾ ਹੈ, ਇੰਨੇ ਗੁਣ ਨੇ ਰੱਬ ਵਿੱਚ ਕਿ ਉਹ ਇੱਕ ਹੈ, ਉਹਦਾ ਕੋਈ ਆਕਾਰ ਨਹੀਂ, ਸਦਾ ਰਹਿਣ ਵਾਲਾ ਹੈ, ਉਹ ਕ੍ਰੀਏਟਰ ਹੈ, ਸਭ ਦੇ ਵਿੱਚ ਹੈ, ਡਰਦਾ ਨਹੀਂ ਕਿਸੇ ਕੋਲ, ਕਿਸੇ ਨਾਲ ਵੈਰ ਨਹੀਂ। ਉਹਨੂੰ ਉਹਨੂੰ ਕਾਲ ਦੇ ਵਸ਼ ਨਹੀਂ ਹੈ, ਕਾਲ ਉਹਦੇ ਵਸ ਹੈ। ਜਾਂ ਇਸ ਤਰ੍ਹਾਂ ਕਹਿ ਲਓ ਅਜੂਨੀ, ਉਹ ਜੂਨਾਂ ਵਿੱਚ ਵੀ ਨਹੀਂ ਆਉਂਦਾ, ਆਪਣੇ ਆਪ ਵਿੱਚ ਹੈ। ਪਰ ਸਵਾਲ ਹੁੰਦਾ ਮਿਲੇਗਾ ਕਿਵੇਂ? ਗੁਰੂ ਸਾਹਿਬ ਕਹਿੰਦੇ ਨੇ ਗੁਰ ਪ੍ਰਸਾਦ। ਉਹ ਗੁਰੂ ਦੀ ਕਿਰਪਾ ਦੁਆਰਾ। ਜਿੰਨੇ ਵੀ ਰੱਬ ਨੂੰ ਪਾਣਾ ਹੈ, ਉਹ ਬਿਨਾਂ ਗੁਰੂ ਦੀ ਬਖਸ਼ਿਸ਼ ਤੋਂ, ਕਿਰਪਾ ਤੋਂ ਨਹੀਂ ਪਾ ਸਕਦਾ। ਮਹਾਰਾਜ ਸ਼ਬਦ ਦੀ ਅਰੰਭਤਾ ਵਿੱਚ ਕਹਿੰਦੇ ਨੇ, ਜੀਉ ਡਰਤ ਹੈ ਆਪਣਾ
कैस्यों करी पुकार। जियो मेरी जिंद डरदी है। किदे करके? ये संसार दुखां दा घर है। जद मैं संसार वाल वेखना ना, महाराज कहते ने, कहते मैं डर जाना, मेरी जिंद ना डर जाती है। जदों मैं संसार वाल वेखना तो मेरी जिंद डर जाती है। क्यों डर जाती है? कई बंदे देखो बड़े डरते हैं, बैठे बैठे पक्खा ही ना गिर जाए, गड्डी ते जा रहे हैं कितने मेरा एक्सीडेंट ही ना हो जाए, हमेशा पै कितने मौत ही ना आ जाए। महाराज कहते ने इहदा मतलब है इहदे विच निरभाव नहीं आया। जे किसी अंदर निरभाव आ जाए उन्होंने यह डर लगेगा ही नहीं। जिहड़ी उहदी जिंद कंबदी है ना हर वेले, पता नहीं मेरे बच्चों का की होएगा, पता नहीं मैं घर का किस तरह गुजारा करांगा, पता नहीं मेरे घर का कलेश कदों मुकेगा, पता नहीं मेरे घर की बीमारी कदों जाएगी। हर वक्त जिंद ना डरदी रहती है। मारे मैं कहते ने कैस्यों करी पुकार। मैं किस पास मिन्नतां करां, बेनती करां, परमात्मा मैनू दसो मैं किदे कोल जाके बेनती करां जिहड़ी मेरी जिंद हर वेले कंबदी है। तो मारे कहते ने दुख विसारण सेविया सदा सदा दातार। कहते तू कुछ ना कर, तू उहदे कोल चला जा जिहड़ा दुख नूं विसर्जन कर दिंदा है, जिहड़े दुखां नूं मिटा दिंदा है, जिहड़ा दुख हरण है, जिहड़ा दुख भंजन है, जिहदा नाम ही दुख भंजन तेरा नाम जी, दुख भंजन तेरा नाम। वीर जी माइक बंद कर देना प्लीज़, विच किसी का माइक। वाहिगुरू वो दुख विसारण वाला है, भाव कि ਉਹਦੇ ਅੱਗੇ ਅਸੀਂ पुकार करिए जिन्हें दुख ਲਈ साड़ी अंदर ਦੀ वेदना ਨੂੰ समझना है। देखो मैं अपना दुख किसी अगे फोलांगा ਉਹਦਾ कोई फायदा नहीं होएगा, क्योंकि हर बंदा दुखी है, कोई संसार भी सुखी नहीं जे। मैं नहीं कह रहा, बाबा नानक दी बाणी कह रही है, बाली रोवै नाहे पतार नानक दुखिया सब संसार। सारा ही संसार दुखी है। किसी बच्चे को पुछ लो, वो पढ़ाई दे विच चिंतित होया पिया, मैं बाहर जाना है। माता पिता को पुछ लो बच्चे किस तरह पलणगे, किसी के घर बच्चा नहीं है। बजुर्ग को पुछ लो मेरे शरीर करके मैं दुखी हाँ। भाव कि एवरीबडी दुखी दुखी है, दुखा ने घेरिया होया है सानू। पर मैं हुण किहदे अगे पुकार करा जिहड़ा मेरी पुकार नूं सुन सके। दुख विसारण सेविया सदा सदा दातार। गुरु साहब कहते ने मैं फिर उन्होंने सिमरना शुरू कर दिता जिहड़ा सारियां दा दाता है, सबना जियां का एक दाता, सो मैं विसर ना जाए। देखो सानू कितनी चिंता, कितने दुख चमड़े हुए ने, पर जे असीं गुरु की बाणी नूं ध्यान नाल पढ़ीए ना, ए तुसीं रोज़ सोदर का पाठ करते हो ना, ये गुरु साहब सानू तरवास देंदे ने, सानू कॉन्फिडेंस च लियाते ने कि सिखा क्यों घबरा रहे हैं तू, क्यों निरभाव की अवस्था च क्यों नहीं आ रहा तू। जे तेनों मैं दस रहा, काहे रे मन चितवै उदम जा आहर हर जियो परया। तू क्यों मन दे अंदर कि मेरा घर की रोटी किवें चलेगी। काहे रे मन चितवे उदम जा आहर हर जियो परया। सैल पत्थर में जंतु पाए ताका रिजक आके कर धरिया। महाराज उदाहरण दे के सानू कह रहे हैं, मैं जे पत्थरां दे विच रहन वाले कीड़ियां नूं मैं जे रोजी रोटी दे सकना वा। नानक चिंता मत करो चिंता तिस ही है, जल में जंतु पायन तिना भी रोजी दे। जे मैं सारियां नूं रोटी दे रहा वा, मैं पत्थरां विच रहन वाले कीड़ियां तक मैं रोटी दे रहा। ऊडे उड़ावे सह कोसा जिस पाछे बचरे चरिया। तुसीं जाओ ना आस्ट्रेलिया की उधर की कंट्री विच, उत्थे कुंजां होंदियां ने, बड़ी ठंड पै जाती, -30-40 डिग्री टैंपरेचर हो जाता है उस समुंदर के इलाके विच।
ਤੇ ਕੁੰਜਾਂ ਆਪਣੇ ਅੰਡੇ ਦੇ ਕੇ ਨਾ ਇਸ ਏਸ਼ੀਅਨ ਕੰਟਰੀ 'ਚ ਆ ਜਾਂਦੀਆਂ ਨੇ, ਕਿੰਨੇ ਹਜ਼ਾਰ ਕਿਲੋਮੀਟਰ ਉਡਾਰੀ ਮਾਰ ਕੇ, ਕਿਉਂਕਿ ਠੰਡ ਬਹੁਤ ਹੈ, ਕਿੱਥੇ ਪਾਕਿਸਤਾਨ, ਇੰਡੀਆ, ਲੰਕਾ, ਇਸ ਏਸ਼ੀਅਨ ਕੰਟਰੀਆਂ 'ਚ ਆ ਜਾਂਦੀਆਂ ਨੇ। ਪਰ ਉਹਦਾ ਧਿਆਨ ਇਹ ਹੁੰਦਾ ਕਿ ਮੇਰੇ ਬੱਚੇ ਪਿੱਛੇ ਪਏ ਨੇ, ਉਹਨਾਂ ਦੇ ਆਂਡਿਆਂ ਵਿੱਚ ਉਹਨਾਂ ਨੇ ਪੈਦਾ ਹੋਣਾ ਹੈ, ਤਾਂ ਉਹਨੂੰ ਕੌਣ ਰਿਜ਼ਕ ਦੇਗਾ। ਦੇਖੋ ਗੁਰੂ ਸਾਹਿਬ ਸਾਨੂੰ ਇਹੀ ਤੇ ਸਮਝਾ ਰਹੇ ਨੇ, ਕਹਿੰਦੇ ਕੌਣ ਰਿਜ਼ਕ ਦੇਗਾ। ਊਡੇ ਊੜਾਵੇ ਸਹਿ ਕੋਸਾ, ਕਈ ਕੋਸਾਂ ਤੋਂ ਚੱਲ ਕੇ ਉੱਡ ਕੇ ਪੰਛੀ ਇੱਧਰ ਆ ਜਾਂਦੇ ਨੇ। ਤਿਸ ਪਾਛੇ ਬਚਰੇ ਛਰਿਆ, ਉਹਨੇ ਪਿੱਛੇ ਬੱਚੇ ਆਪਣੇ ਛੱਡ ਕੇ ਆ ਗਿਆ। ਤਿੰਨ ਕਵਣ ਖਿਲਾਵੇ ਕਵਣ ਚੁਗਾਵੇ, ਉਹਨਾਂ ਨੂੰ ਕੌਣ ਖਿਲਾਏਗਾ। ਉਹ ਪੰਛੀ ਸੋਚਦਾ ਹੈ, ਕੁੰਜ ਸੋਚਦੀ ਏ, ਯਾਰ ਉਹਨਾਂ ਨੂੰ ਕੌਣ ਖਿਲਾਏਗਾ, ਮੈਂ ਤੇ ਇੱਥੇ ਆ ਗਈ ਹਾਂ। ਮਾਂ ਨੂੰ ਫਿਕਰ ਹੁੰਦਾ ਹੈ ਨਾ, ਮਾਂ ਕੌਣ ਹੈ, ਮਾਂ ਸਾਡੀ ਗੁਰਬਾਣੀ ਹੈ, ਗੁਰਬਾਣੀ ਨੂੰ ਵੀ ਫਿਕਰ ਜੇ। ਦੇਖੋ ਗੁਰਬਾਣੀ ਨੂੰ ਫਿਕਰ ਹੈ। ਕੱਲ ਦਾਸ ਦੀ ਹਾਜ਼ਰੀ ਹੈ ਸੰਡੇ ਨੂੰ, ਮੈਂ ਇਹ ਕੰਸੈਪਟ ਨੂੰ ਕੱਲ ਲਿਆ, ਤਾਂ ਇਸ ਕੱਲ ਨੂੰ ਇਸ ਐਕਸਪਲੇਨ ਕਰਾਂਗੇ ਉਸ ਦੀਵਾਨ ਦੇ ਵੀ, ਫਿਰ ਮੈਂ ਤੁਹਾਨੂੰ ਵੀਡੀਓ ਭੇਜਾਂਗਾ। ਵਾਹਿਗੁਰੂ। ਤੇ ਉਹ ਕਹਿੰਦੇ ਪਿੱਛੇ ਕਿਵੇਂ, ਤਿੰਨ ਕਵਣ ਖਿਲਾਵੇ ਕਵਣ ਚੁਗਾਵੇ, ਮਾਰੇ ਕਹਿੰਦੇ ਨੇ ਮਨ ਮੇ ਸਿਮਰਨ ਕਰਿਆ। ਜਦੋਂ ਕੁੰਜ ਨਾ ਮੂੰਹ 'ਚ ਕੁਛ ਪਾਉਂਦੀ ਹੈ ਨਾ, ਰੱਬ ਨੂੰ ਯਾਦ ਕਰ ਲੈਂਦੀ ਹੈ, ਬਈ ਮੇਰੇ ਬੱਚੇ ਨੂੰ ਮਿਲ ਜਾਵੇ। ਸੱਚ ਜਾਣਿਓ, ਗੁਰੂ ਸਾਹਿਬ ਕਹਿੰਦੇ ਨੇ ਉਹ ਬੱਚਿਆਂ ਦੇ ਪੇਟ ਉੱਥੇ ਭਰ ਜਾਂਦੇ ਨੇ, ਕੋਸੋਂ ਮੀਲ ਦੂਰ ਹੁੰਦੇ ਨੇ। ਕਿਹਦੇ ਨਾਲ? ਧਿਆਨ ਦੇ ਨਾਲ। ਜੇ ਤੂੰ ਧਿਆਨ ਲਾ ਲਿਆ ਤੇ ਫਿਰ ਮਹਾਰਾਜ ਤੈਨੂੰ ਇੰਨੀ ਵੱਡੀ ਤਰਵਾਸ ਦੇ ਰਹੇ ਨੇ, ਸਿੱਖਾ ਜੇ ਉਹ ਬੱਚਿਆਂ ਦਾ ਪੇਟ ਭਰ ਸਕਦਾ ਹੈ ਤੇ ਤੂੰ ਕਿਉਂ ਉਸ ਦਾਤੇ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਜਿਹੜੇ ਤੇਰੇ ਸਾਰੇ ਦੁੱਖ ਕੱਟਣ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਕਰਨਾ ਕੀ ਹੈ? ਆਠ ਪੈਰ ਆਰਾਧੀਏ ਪੂਰਨ ਸਤਿਗੁਰ ਗਿਆਨ। तो महाराज कहते हैं वो सारे दुखों का नाश करने वाला है। ਜਿਹੜਾ ਤੈਨੂੰ ਭੈ ਮੌਤ ਦਾ ਨਾ, तेरा मौत का भै भी खत्म हो जाए, तू निरभो हो जाएगा। मैंने गल याद आई, महाराज गुरु गोबिंद सिंह महाराज ना साबो की तलवंडी दा जा रहे सन, पहुँचन लगे सन, तो रस्ते विच रुक गए एक जगह ते रुके ते एक कबर दे विच कोई जिंदा आदमी पिया होया। महाराज ने कहा जिंदा बंदा मोए ते मुर्दे ते नज़र आते ने, पर यह जिंदा पिया होया वे, की गल है। महाराज ने उन्होंने रुकवा लिया, सिखां नूं संगतां नूं अपने मां रुक जाओ, इस नूं कबर चों बाहर कड्डो, ये जिंदा बंदा है। बाहर कड्डिया, पुछया भाई तेरा नाम की है? कहंदा मेरा नाम है अजमेर शाह। ते कबर च क्यों सुत्ता पिया है? कहंदा महाराज अज नहीं तो कल कबर च ते जाना है, एक दिन तो कबर ही नसीब होनी है ना। पर महाराज कहते वो तो ठीक है कबर नसीब होनी है, पर तू जींदे आ जी। कहता मैनू मौत तो ना बहुत डर लगता है। देखो ध्यान नाल मेरे गुरु साहब की गल सुनो, तुसी निरभो ना लगो तो सही। कहता महाराज मैनू बड़ा मौत तो डर लगता है, मैनू हर वक्त मैनू मेरी जिंद कंबदी है, जियो डरत है अपना कैसो करी पुकार। मैनू लगता हुणे मैनू मौत आ जाएगी। वो इस खौफ दे विच, इस डर दे विच मेरी जिंद कंबदी रहिंदी है। तो मैं सोचा चल कबर च जाके क्यों ना सो जा, इत्थे ही आना है ना, ये तो मौत तो खैड़ा छुट जाएगा। मैं महाराज कहते नहीं, कहते ने ये हल नहीं है जिहड़ा तू सोच रहे हैं। की करा महाराज फिर मैं? महाराज ने बांह फड़ ली, चाहना है डर मुक जाए कि महाराज मैनू मौत तो डर तो बचा लो। कहते ने आ तैनू मैं ऐसी बख्शिश करांगा, मौत तेरे को डरेगी। आखो सतनाम श्री वाहिगुरू। मारे फड़ के लै गए साबो की तलवंडी ते, अमृत पान हो रहा सी, उसने अमृत पान किया। अजमेर शाह तो अजमेर सिंह बन गया, बाणी पढ़न लग पिया ते आ गया गुरु साहब को। महाराज वाकई मैं तो हुण मौत तो डरदा ही नहीं हाँ, हुण तो मौत मैं मखौल समझन लग पिया। ये की है? चिड़ियों से मैं बाज तुड़ाऊं, वाहे गुरु का नाम जपाऊं, 1.25 लाख से एक लड़ाऊं, तबे गोबिंद सिंह नाम कहाऊं। मैं सिख नूं ऐसी शक्ति अंदर दे दांगा, वो जदों जल पीएगा ना, आत्मक जल अमृत पीवो
ਸਦਾ ਚਿਰਜੀਵ। ਉਹਨੂੰ ਮੌਤ ਦਾ ਖੌਫ ਖਤਮ ਹੋ ਜਾਏਗਾ, ਉਹ ਨਿਰਭਉ ਵਾਲੀ ਅਵਸਥਾ 'ਚ ਆ ਜਾਏਗਾ। ਬਾਬਾ ਦੀਪ ਸਿੰਘ ਜੀ ਵਰਗੇ ਦੇਖੋ ਹੱਥ ਵਿੱਚ ਸਿਰ ਰੱਖ ਕੇ, ਸੀਸ ਰੱਖ ਕੇ ਤੇ ਦੁਸ਼ਮਣ ਨਾਲ ਟਾਕਰਾ ਕਰ ਰਹੇ ਨੇ। ਮੌਤ ਤੇ ਮੌਤ ਨਾਲ ਮਜ਼ਾਕ ਕਰ ਦਿੱਤਾ। ਮੌਤ ਨੇ ਵੀ ਕਿਹਾ ਤੂੰ ਮੇਰੇ ਨਾਲ ਮਜ਼ਾਕ ਕਰ ਦਿੱਤਾ ਹੈ। ਕਿਉਂਕਿ ਜਦੋਂ ਬੰਦਾ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ, ਉਹ ਭੈ ਤੋਂ ਰਹਿਤ ਹੋ ਜਾਂਦਾ ਹੈ। ਅਸੀਂ ਸਾਰੇ ਭੈ ਦੇ ਵਿੱਚ ਜੀ ਰਹੇ ਹਾਂ ਕਿ ਇਹ ਨਾ ਹੋ ਜਾਏ, ਇਹ ਨਾ ਹੋ ਜਾਏ, ਇਹ ਨਾ ਚਲਾ ਜਾਏ, ਮੇਰਾ ਬੱਚੇ ਨੂੰ ਕੁਛ ਨਾ ਹੋ ਜਾਏ, ਇਹੋ ਹੈ ਨਾ। ਪਰ ਜਦੋਂ ਅਸੀਂ ਅੰਮ੍ਰਿਤ ਪਾਨ ਕਰ ਲਾਂਗੇ, ਮਹਾਰਾਜ ਕਹਿੰਦੇ ਨੇ ਤੈਨੂੰ ਮੈਂ ਉਹ ਸ਼ਕਤੀ ਦੇ ਦਾਂਗਾ, ਫਿਰ ਤੈਨੂੰ ਦੁਨੀਆ ਦੀ ਕੋਈ ਖੌਫ ਡਰ ਤੈਨੂੰ ਕੋਈ ਲੱਗੇਗਾ ਨਹੀਂ। ਕਿਉਂ? ਕਿਉਂਕਿ ਉਹ ਨਿਰਭਉ ਦੀ ਅਵਸਥਾ ਵਿੱਚ, ਮੈਂ ਪਹਿਲਾਂ ਜ਼ਿਕਰ ਕੀਤਾ, ਇਹ ਗੁਣ ਨੇ। ਨਿਰਭਉ ਆਣਾ ਹੀ ਤਾਦੇ ਜਦੋਂ ਗੁਰੂ ਦੀ ਕਿਰਪਾ ਹੋਣੀ ਹੈ, ਜਦੋਂ ਖੰਡੇ ਬਾਟੇ ਦੀ ਅਸੀਂ ਪੋਲ ਛਕਣੀ ਹੈ। ਅਜਮੇਰ ਸ਼ਾਹ ਅਜਮੇਰ ਸਿੰਘ ਬਣਿਆ, ਕਹਿੰਦਾ ਮਹਾਰਾਜ ਹੁਣ ਤੇ ਮੈਨੂੰ ਮੌਤ ਤੋਂ ਵੀ ਡਰ ਨਹੀਂ ਲੱਗਦਾ। ਕਦੋਂ? ਜਦੋਂ ਅੰਮ੍ਰਿਤ ਦੇ ਛੀਟੇ ਅੰਦਰ ਚਲੇ ਗਏ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਦੂਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਮੇਰਾ ਨਾ ਸਾਹਿਬ ਨਿਤ ਨਵਾਂ ਹੈ, ਰੋਜ਼ ਨਵਾਂ ਹੀ ਹੈ। ਸੱਚ ਪੁਰਾਣਾ ਹੋਵੇ ਨਾ ਹੀ, ਸੀਤਾ ਕਦੇ ਨਾ ਪਾਟੈ। ਗੁਰਬਾਣੀ ਦੇ ਬੜੇ ਅਨਮੋਲ ਅੱਖਰ ਨੇ, ਸੱਚ ਪੁਰਾਣਾ ਹੋਵੇ ਨਾ ਹੀ। ਅੱਜ ਕਈ ਕਹਿ ਦਿੰਦੇ ਨੇ ਅਰੇ 500 ਸਾਲ ਦੀ ਤੁਹਾਡੀ ਬਾਣੀ ਹੋ ਗਈ ਹੈ, ਪੁਰਾਣੀ ਹੋ ਗਈ ਹੈ। ਅਰੇ ਨਹੀਂ ਭਲਿਓ, ਗੁਰਬਾਣੀ ਕਦੀ ਪੁਰਾਣੀ ਨਹੀਂ ਹੁੰਦੀ, ਉਹ ਤੇ ਸਦੀ ਨਿਤ ਹੈ। ਉਹ ਜਦੋਂ ਵੀ ਬਖਸ਼ਿਸ਼ ਕਰਦਾ, ਉਹ ਨਵੀਂ ਬਖਸ਼ਿਸ਼ ਹੁੰਦੀ ਹੈ। ਜਦੋਂ ਹੀ ਸਵੇਰਾ ਤੁਹਾਡਾ ਚੜ੍ਹਦਾ ਹੈ ਪਰਮਾਤਮਾ ਦੀ ਨਜ਼ਰ ਹੇਠ, ਉਹ ਤੁਹਾਡੇ ਵਾਸਤੇ ਨਿਤ ਨਵੀਂ ਹੈ। ਕੋਈ ਗਾਣਾ ਕੋਈ ਸੁਣ ਲਓ ਨਾ, 10 ਵਾਰੀ ਸੁਣ ਲਓ, 8-15 ਵਾਰੀ ਸੁਣ ਲਓ, ਤੁਹਾਨੂੰ ਬੋਰ ਲੱਗੇਗਾ। ਕਿਆ ਕਮਾਲ ਦੀ ਜਪਜੀ ਸਾਹਿਬ ਦੀ ਬਾਣੀ ਹੈ। ਜਿੰਨਾ ਹੀ ਪੜ੍ਹੀ ਜਾ ਰਿਹਾ, ਰਸ ਆਈ ਜਾ ਰਿਹਾ, ਪਤਾ ਹੀ ਨਹੀਂ ਕਿੰਨਾ ਰਸ ਹੈ। ਦਾਸ ਨੇ 4-5 ਵਾਰੀ ਵਿਚਾਰ ਕੀਤੀ, 4-5 ਵਾਰੀ ਜਪਜੀ ਸਾਹਿਬ ਦੀ ਵਿਚਾਰ ਕੀਤੀ, ਔਰ ਮੈਂ ਜਿੰਨੀ ਵਾਰੀ ਕਰਾਂ ਮੈਨੂੰ ਹੋਰ ਰਸ ਆਵੇ, ਉਨੀ ਵਾਰੀ ਖਜ਼ਾਨੇ ਹੋਰ ਵਿੱਚ ਪਏ ਨੇ। ਉਹ ਤੇ ਨੀਤ ਨਵਾਂ ਹੈ। ਸੱਚ ਪੁਰਾਣਾ ਹੋਵੇ ਨਾ ਹੀ। ਰੱਬ ਕਦੀ ਪੁਰਾਣਾ ਨਹੀਂ ਹੁੰਦਾ, ਰੱਬ ਦੀ ਬਾਣੀ ਵੀ ਕਦੀ ਪੁਰਾਣੀ ਨਹੀਂ ਹੁੰਦੀ, ਭਾਵੇਂ 500 ਕੀ 5000 ਸਾਲ ਵੀ ਹੋ ਜਾਣ। ਤਾਂ ਮਹਾਰਾਜ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਉਹ ਸਦਾ ਹੀ ਮਾਲਕ ਰਹਿਣ ਵਾਲਾ ਹੈ। ਕਰਨਾ ਕੀ ਹੈ? ਅਨ ਦਿਨ ਸਾਹਿਬ ਸੇਵੀਏ। ਸਾਹਿਬ ਹੁੰਦਾ ਮਾਲਕ, ਅਨ ਦਿਨ ਭਾਵ ਕਿ ਦਿਨ ਰਾਤ, ਐਵਰੀ ਟਾਈਮ, ਹਰ ਵੇਲੇ ਕੀ ਕਰਨਾ ਹੈ? ਉਸ ਨੂੰ ਯਾਦ ਕਰਨਾ ਹੈ, ਸੇਵਨਾ ਹੈ, ਉਹਦੀ ਭਗਤੀ ਕਰਨੀ ਹੈ, ਉਹਨੂੰ ਯਾਦ ਕਰਨਾ ਹੈ। ਕੀ ਹੋਏਗਾ? ਅੰਤ ਛਡਾਏ ਸੋਏ। ਉਹ ਅੰਤ ਵੇਲੇ ਨਾ ਤੁਹਾਨੂੰ ਛਡਾ ਲੇਗਾ। ਦੇਖੋ ਮੈਂ ਕਈ ਮੌਤ ਤੇ ਵੀ ਜਾਂਦਾ ਵਾਂ, ਤੁਸੀਂ ਵੀ ਜਾਂਦੇ ਹੀ ਹੋਣੇ ਹੋ, ਕਿਉਂਕਿ ਸੰਸਾਰਿਕ ਹਾਂ। ਰਿਸ਼ਤੇਦਾਰੀਆਂ ਵਿੱਚ ਆਪਣੀਆਂ, ਘਰ ਦੀਆਂ, ਸਗੇ ਸੰਬੰਧੀਆਂ ਦੀਆਂ, ਮਿੱਤਰਾਂ ਦੀਆਂ, ਘਰਾਂ ਦੇ ਵਿੱਚ ਮੌਤਾਂ ਹੁੰਦੀਆਂ ਰਹਿੰਦੀਆਂ। ਸੰਸਾਰ ਇਹ ਮਹੱਲੇ ਵਿੱਚ ਹੋ ਗਈ, ਤੁਹਾਡੇ ਕਿੱਥੇ ਰਹਿੰਦੇ ਹੋ। ਜਦੋਂ ਜਾਂਦੇ ਹਾਂ ਤਾਂ ਮ੍ਰਿਤਕ ਦੇ ਜਿਹੜੇ ਸੰਬੰਧੀ ਹੁੰਦੇ ਨਾ, ਰੋ ਰਹੇ ਹੁੰਦੇ ਨੇ। ਤੇ ਪੁੱਛ ਲਓ ਕਦੀ ਉਹਨਾਂ ਕੋਲੋਂ, ਬਈ ਰੋ ਕਿਉਂ ਰਿਹਾ ਤੂੰ? ਕੋਈ ਮਰ ਜਾਏ ਤੂੰ ਕਿਉਂ ਰੋ ਰਿਹਾ? ਤਾਂ ਇੱਕੋ ਗੱਲ ਕਹਿੰਦੇ ਨੇ, ਜੀ ਅਸੀਂ, ਸਾਡੇ ਹੱਥ ਪੱਲੇ ਹੀ ਕੁਛ ਨਹੀਂ ਹੈ, ਅਸੀਂ ਕੁਛ ਨਹੀਂ ਕਰ ਪਾਏ। ਪੈਸਾ ਵੀ ਸੀ ਪਰ ਅਸੀਂ ਕੁਛ ਕਰ ਨਹੀਂ ਪਾਏ ਉਹਨਾਂ ਵਾਸਤੇ। ਤੇ ਗੁਰੂ ਸਾਹਿਬ ਕਹਿੰਦੇ ਨੇ, ਤੇ ਉਹਨਾਂ ਕੋਲ ਪੁੱਛੋ ਕੀ ਕਹਿੰਦੇ ਨੇ? ਜੀ ਦੇਖੋ, ਅੰਤ ਵੇਲੇ ਤੁਹਾਡਾ ਕੋਈ ਵੀ ਸਹਾਈ ਨਹੀਂ ਹੈ। ਜੈ ਮਾਤ ਪਿਤਾ ਬੰਦਪ ਸੁਤ ਈਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਅੰਤ ਵੇਲੇ ਤੁਹਾਡਾ ਕਿਸੇ ਨੇ ਸਹਾਈ ਨਹੀਂ ਹੋਣਾ। ਇੱਕ ਪਰਮਾਤਮਾ ਐਸਾ ਜੇ, ਅਸੀਂ ਉਹਨੂੰ ਯਾਦ ਨਹੀਂ ਕਰਦੇ ਨਾ। ਜਦੋਂ ਤੂੰ ਸੰਸਾਰ ਵਿੱਚ ਨਹੀਂ ਆਇਆ ਸੀ, ਤੇ ਜਦੋਂ ਸੰਸਾਰ ਵਿੱਚ ਆਇਆ, ਤੇ ਜਦੋਂ ਤੂੰ ਗਿਆ, ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੀ, ਨੋਟ ਕਰੋ। ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਉਹ ਆਦ ਤੋਂ ਉੱਥੇ ਤੇਰੀ
ਇਹ ਮਾਤਾ ਦੇ ਗਰਭ ਦੇ ਵਿੱਚ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾ ਸਾ ਸਿਮਰਤ ਨਾਨਕ ਮਾਂ ਅਗਨ ਨਾ ਬਿਨਾਸਨੰ ਮੁਖ ਤਲੇ ਪੈਰ ਉਪਰੇ ਕੁਵੰਦੜੇ ਵਸੰਦੋ ਕੁਵੰਦੜੇ ਥਾਉ ਨਾਨਕ ਸੋ ਧਨੀ ਕਿਉਂ ਵਿਸਾਰਿਓ ਉਦਰੇ ਜਿਸ ਦੇ ਨਾਏ। ਉਹ ਆਦ ਤੋਂ ਜਦ ਤੈਨੂੰ ਹੋਸ਼ ਵੀ ਨਹੀਂ ਸੀ, ਮਾਤਾ ਦੇ ਗਰਭ ਵਿੱਚ ਤੂੰ ਪੁੱਠਾ ਲਟਕਿਆ ਹੋਇਆ ਸੀ, ਉਦੋਂ ਵੀ ਤੇਰੀ ਰੱਖਿਆ ਕਰਨ ਵਾਲਾ ਪਰਮਾਤਮਾ ਸੀ। ਉਸ ਨਰਕ ਕੁੰਭੀ ਦੇ ਵਿੱਚ ਤੂੰ ਪੁੱਠਾ ਲਟਕਿਆ ਤੇ ਰੱਬ ਅੱਗੇ ਬੇਨਤੀਆਂ ਕਰਦਾ ਸੀ, ਰੱਬਾ ਮੈਨੂੰ ਇਸ ਜਠਰ ਅਗਨੀ ਚੋਂ ਕੱਢ ਦੇ, ਮੈਂ ਤੇਰਾ ਸਵਾਸ ਸਵਾਸ ਨਾਮ ਜਪਾਂਗਾ। ਰੱਬ ਨੇ ਤੇਰੀ ਉੱਥੇ ਵੀ ਰੱਖਿਆ ਕੀਤੀ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ। ਦੇਖੋ ਮਾਂ ਜੋ ਖਾਂਦੀ ਸੀ ਸਾਰਾ ਗੰਦ ਬੱਚੇ ਤੇ ਪੈਂਦਾ ਸੀ, ਉਹ ਨਰਕ ਕੁੰਭੀ 'ਚ ਫਸਿਆ। ਪਰ ਰੱਬ ਨੇ ਉਸ ਲੂਥੜੇ ਮਾਸ ਨੂੰ, ਉਸ ਛੋਟੇ ਜਿਹੇ ਤੇਰੇ ਰੂਪ ਨੂੰ, ਕਹਿੰਦੇ ਨੇ ਨਾ ਮਾਂ ਕੀ ਰਕਤ ਪਿਤਾ ਬਿੰਦ ਸਾਰਾ, ਮਾਂ ਦਾ ਖੂਨ ਤੇ ਪਿਤਾ ਦੇ ਬਿੰਦ ਦੇ ਨਾਲ, ਇਹ ਮਾਂ ਕੀ ਰਕਤ ਪਿਤਾ ਬਿੰਦ ਸਾਰਾ ਮੂਰਤ ਸੂਰਤ ਕਰ ਅਪਾਰਾ, ਤੇਰੀ ਸੋਹਣੀ ਮੂਰਤ ਬਣਾ ਦਿੱਤੀ। ਰਮਈਆ ਕੇ ਗੁਣਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦਿਸ਼ਟਾਨੀ, ਕੀ ਤੇਰਾ ਰੂਪ ਸੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੇ ਜਿਨੇ ਉਬਾਰਿਆ, ਤੈਨੂੰ ਗਰਭ ਅਗਨੀ ਦੇ ਵਿੱਚ ਕਿਵੇਂ ਸਵਾਰ ਦਿੱਤਾ ਉਹਨੇ। ਤੂੰ ਕੀ ਸੀ, ਤੇਰੀ ਕੀ ਹੈਸੀਅਤ ਸੀ, ਕੁਛ ਵੀ ਨਹੀਂ ਸੀ। ਤੂੰ ਤੇ ਇੱਕ ਮਾਸ ਦਾ ਸੀ। ਮਾਸ ਅੰਦਰੋਂ ਕਦੀ ਬੰਦੇ ਦੇ ਚਮੜੀ ਲੈ ਜਾਏ ਨਾ, ਚਲਤ ਕਤ ਟੇਡੇ ਟੇਡੇ ਟੇਡੇ, ਤੂੰ ਕਿਵੇਂ ਚੱਲ ਰਹੇ ਹੈ। ਅਸਤ ਚਰਮ ਬਿਸ਼ਟਾ ਕੇ ਮੁੰਦੇ ਦੁਰਗੰਧੀ ਕੇ ਬੇਡੇ, ਤੂੰ ਹੈ ਕਿ ਹੱਡੀਆਂ ਮਾਸ ਹੈ ਖੂਨ ਦਾ ਤੇ ਗੰਧ ਦੇ ਨਾਲ ਲਿਪਟਿਆ ਹੋਇਆ। ਤੈਨੂੰ ਇੰਨਾ ਰੂਪ ਅੱਛਾ ਬਣਾ ਕੇ ਪਰਮਾਤਮਾ ਨੇ ਤੈਨੂੰ ਦੇ ਦਿੱਤਾ। ਤੇ ਉਹ ਪਰਮਾਤਮਾ ਤੇਰੀ ਆਦ ਦੇ ਵਿੱਚ ਵੀ, ਗਰਭ ਦੇ ਵਿੱਚ ਵੀ, ਹੁਣ ਵੀ ਤੇ ਅੰਤ। ਦੇਖੋ ਰਿਸ਼ਤੇਦਾਰ ਰੋ ਰਹੇ ਸਨ, ਕਹਿੰਦੇ ਨੇ ਅਸੀਂ ਕੁਛ ਨਹੀਂ ਕਰ ਪਾ ਰਹੇ, ਪਰ ਰੱਬ ਹੈ ਨਾ ਜੇ, ਉਹ ਡਾਕਟਰ ਵੀ ਹੱਥ ਖੜੇ ਕਰ ਦਿੰਦੇ ਨੇ, ਬਈ ਲੈ ਜਾਓ ਘਰ, ਹੁਣ ਮੇਰੇ ਵੱਸ ਦਾ ਨਹੀਂ ਜੇ, ਹੁਣ ਤੇ ਰੱਬ ਅੱਗੇ ਅਰਦਾਸ ਕਰੋ। ਤੇ ਰੱਬ ਕਹਿੰਦਾ ਆ ਜਾਓ, ਜਿੱਥੇ ਕੋਈ ਨਹੀਂ ਨਾ ਉੱਥੇ ਮੇਰਾ ਰੱਬ ਹੈ। ਪ੍ਰਭ ਭਾਵੇ ਬਿਨ ਸਾਸ ਤੇ ਰੱਖੇ, ਉਹ ਚਾਹਵੇ ਸਾਨੂੰ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ। ਤਾਂ ਮਹਾਰਾਜ ਇੱਥੇ ਕਹਿ ਰਹੇ ਨੇ ਅਨ ਦਿਨ ਸਾਹਿਬ ਸੇਵੀਏ ਅੰਤ ਛਡਾਏ ਸੋਏ, ਉਹ ਚਾਹਵੇ ਤੇਰੇ ਅੰਤ ਵੇਲੇ ਵੀ ਤੇਰਾ ਸਹਾਈ ਹੁੰਦਾ ਹੈ। ਪਰ ਇਸ ਗੱਲ ਤੋਂ ਪਹਿਲਾਂ ਤੈਨੂੰ ਉਹਨੂੰ ਯਾਦ ਕਰਨਾ ਪਵੇਗਾ। ਸੁਣ ਸੁਣ ਮੇਰੀ ਕਾਮਣੀ, ਹੇ ਮੇਰੀ ਜਿੰਦੇ ਸੁਣ, ਕੀ ਹੋਏਗਾ ਪਾਰ ਉਤਾਰਾ ਹੋਏ। ਅਸੀਂ ਸੁਣਦੇ ਹੀ ਤੇ ਨਹੀਂ ਨਾ ਬਾਣੀ, ਮਾਰੇ ਕਹਿੰਦੇ ਸੁਣ ਬਾਣੀ ਨੂੰ। ਬਾਣੀ ਸੁਣਦੇ ਹੋ ਨਾ ਤੁਸੀਂ, ਬੈਠੇ ਬੈਠੇ ਤੁਹਾਡੇ ਕੋਲ ਪੁੱਛੇ ਸੁਣਨ ਦਾ ਕੀ ਲਾਭ ਹੈ, ਤੁਸੀਂ ਕਹਿ ਦਿਆ ਕਰੋ ਕਿ ਮੈਂ ਬੈਠੇ ਬੈਠੇ ਹੀ ਇੰਨਾ ਗਿਆਨ ਲੈ ਲਿਆ ਕਿ ਕੋਈ ਲੈ ਨਹੀਂ ਸਕਦਾ। ਤੁਸੀਂ ਹੁਣ 68 ਤੀਰਥਾਂ ਦਾ ਇਸ਼ਨਾਨ ਵੀ ਕਰ ਲਿਆ ਜੇ। ਪਹਿਲਾਂ ਲੋਕਾਂ ਨੂੰ ਜਾਣਾ ਪੈਂਦਾ ਸੀ, 6-6 ਮਹੀਨੇ ਲੱਗਦੇ ਸੀ। 68 ਤੀਰਥ ਸਨਾਤਨ ਧਰਮ ਦੇ ਮੰਨੇ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਤੈਨੂੰ ਕਿੱਥੇ ਜਾਣ ਦੀ ਲੋੜ ਨਹੀਂ, ਬਾਹਰ ਢੂੰਡਣ ਤੇ ਛੂਟ ਪਰੈ ਗੁਰ ਘਰ ਹੀ ਮਾਏ ਬਤਾਇਆ। ਉਹ ਕਹਿੰਦੇ ਬਾਹਰ ਨੂੰ ਛੱਡ ਦੇ, ਮੈਂ ਤੈਨੂੰ ਘਰ 'ਚ ਹੀ ਦੱਸ ਦੇਣਾ। ਬਾਹਰ ਢੂੰਡਣ ਤੇ ਛੂਟ ਪਰੈ, ਕਹਿੰਦੇ ਹੁਣ ਮੈਂ ਬਾਹਰ ਦੇ ਢੂੰਡਣ ਨੂੰ ਮੈਨੂੰ ਮਾਰੇ ਨੇ ਬਚਾ ਲਿਆ ਕਿ ਮੈਂ ਘਰੋਂ ਬਾਹਰ ਨਿਕਲ ਕੇ ਰੱਬ ਨੂੰ ਲੱਭਣ ਗਿਆ ਸੀ। ਗੁਰ ਘਰ ਹੀ ਮਾਹੇ ਬਤਾਇਆ, ਮੈਨੂੰ ਘਰ 'ਚ ਹੀ ਮੈਨੂੰ ਗੁਰੂ ਨੇ ਦੱਸਤਾ ਕਿ ਤੂੰ ਸੁਣ ਬਾਣੀ। ਬਾਣੀ ਸੁਣੇਗਾ, ਸੁਣ ਸੁਣ ਮੇਰੀ ਕਾਮਣੀ। ਕੀ ਹੋਏਗਾ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ। ਤੁਸੀਂ ਉਹਨੂੰ 68 ਤੀਰਥਾਂ ਦੇ ਇਸ਼ਨਾਨ ਕਰ ਰਹੇ ਹੋ। ਦੇਖੋ ਕਿੰਨੀ ਵੱਡੀ ਤੁਹਾਡੇ ਤੇ ਬਖਸ਼ਿਸ਼ ਹੈ। ਕੋਈ ਤੁਹਾਡਾ ਪੈਸਾ ਲੱਗਿਆ, ਤੁਹਾਨੂੰ ਕੋਈ ਸਮਾਂ ਲੱਗਿਆ। ਮਾਰੇ ਕਹਿੰਦੇ ਨੇ ਨਹੀਂ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਏ ਬਤਾਇਆ। ਗੁਰੂ ਨੇ ਮੈਨੂੰ ਘਰ 'ਚ ਹੀ ਦੱਸ ਦਿੱਤਾ ਇਸ਼ਨਾਨ ਕਰਨ ਕੇ। ਤੁਸੀਂ ਈਸ਼ਰ ਬਰਮਾ ਦੀਆਂ ਉਹਨਾਂ ਦੇ, ਇਹ ਨਹੀਂ ਕਿ ਸਾਨੂੰ ਈਸ਼ਰ, ਦੇਖੋ ਆਂਦਾ ਨਾ ਸੁਣਿਆ ਈਸ਼ਰ ਬਰਮਾ ਇੰਦ, ਧਿਆਨ ਦੇਣਾ। ਇਹ ਨਹੀਂ ਕਿ ਗੁਰੂ ਸਾਨੂੰ ਉਹ ਈਸ਼ਰ ਦੀ ਪਦਵੀ, ਮਹਾਰਾਜ ਤੇ ਖੰਡਨ ਕਰ ਰਹੇ ਨੇ ਦੇਵੀ ਦੇਵਤਿਆਂ ਦਾ। ਮਹਾਰਾਜ ਕਹਿੰਦੇ ਨੇ ਸੁਣਨ ਨਾਲ ਤੁਹਾਨੂੰ ਈਸ਼ਰ ਦੀ ਵੀ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਏਗਾ, ਬ੍ਰਹਮਾ ਦਾ ਵੀ, ਇੰਦਰ ਦਾ ਵੀ, ਕਿ ਇਹਨਾਂ ਨੇ ਆਪਣੀ ਧੀਆਂ ਦੇ ਨਾਲ ਕੀ ਕਾਰਜ ਕੀਤੇ ਨੇ। ਇਹ ਨਹੀਂ ਕਿ ਮਹਾਰਾਜ ਸਾਨੂੰ ਇੰਦਰ ਦੇਵਤਾ ਬਣਾਉਣਾ ਚਾਹੁੰਦੇ, ਨਹੀਂ। ਸੁਣਨ ਦੇ ਨਾਲ ਇਹਨਾਂ ਦੇਵੀ ਦੇਵਤਿਆਂ ਦਾ ਵੀ ਤੁਹਾਨੂੰ ਸਭ ਕਰੈਕਟਰ ਦਾ ਪਤਾ ਲੱਗ ਜਾਏਗਾ, ਅੰਦਰ ਦੀਆਂ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਏਗਾ। ਸੁਣੇ ਸਰਾ ਗੁਣਾ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇਰਾ। ਮਹਾਰਾਜ ਕਹਿੰਦੇ ਇਸ ਕਰਕੇ ਜੇ ਨਾਮ ਸੁਣੇਗਾ ਕੀ ਹੋਏਗਾ, ਨਾਨਕ ਭਗਤਾਂ ਸਦਾ ਵਿਗਾਸ, ਤੇਰੇ ਘਰ ਸਦਾ ਹੀ ਖੇੜਾ ਰਹੇਗਾ। ਸੁਣਿਆ ਦੁਖ ਪਾਪ ਕਾ ਨਾਸ, ਇਹੀਓ ਸੀ ਨਾ ਡਰ
ਦੁੱਖਾਂ ਦਾ ਤੇਰਾ ਨਾਸ਼ ਹੋ ਜਾਏਗਾ। ਜੀਓ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ। ਮਹਾਰਾਜ ਕਹਿੰਦੇ ਜਦੋਂ ਤੂੰ ਸੁਣ ਮੇਰੀ ਕਾਮਣੀ ਆਪਣੀ ਜਿੰਦੇ ਨੂੰ ਨਾਮ ਸੁਣਨ ਵਾਸਤੇ ਕਹੇਂਗਾ ਨਾ, ਇਹ ਸੰਗਤ ਤੁਸੀਂ ਸੁਣ ਰਹੇ ਹੋ, ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤੁਹਾਡੇ ਅੰਦਰੋਂ ਜਿਹੜੀ ਵਿਕਾਰਾਂ ਦੀ ਫਾਲਤੂ ਮੈਲ ਹੈ ਨਾ ਉਹ ਨਿਕਲਦੀ ਪਈ ਹੈ, ਤੇ ਤੁਹਾਨੂੰ ਮਹਾਰਾਜ ਸਮੁੰਦਰ, ਉਸ ਸਮੁੰਦਰ ਦੇ ਵਿੱਚ ਲੈ ਕੇ ਦਰਸ਼ਨ ਕਰਾ ਰਹੇ ਨੇ ਜਿਹਦੇ ਵਿੱਚ ਰੱਬ ਦੇ ਤਮਾਮ ਗੁਣ ਨੇ। ਤੇ ਜਦੋਂ ਇਹ ਸਰਵਣ ਕਰੋਗੇ ਤੇ ਗੁਰੂ ਸਾਹਿਬ ਕਹਿੰਦੇ ਨੇ ਪਾਰ ਉਤਾਰਾ ਹੋਏ। ਮਹਾਰਾਜ ਕਹਿੰਦੇ ਦਿਆਲ ਤੇਰੇ ਨਾਮ ਤਰਾਂ, ਹੇ ਦਿਆਲੂ ਪ੍ਰਭੂ ਤੇਰੇ ਨਾਮ ਰਾਹੀਂ ਮੈਂ ਇਹ ਦੁੱਖਾਂ ਦੇ ਸਮੁੰਦਰ ਨੂੰ ਪਾਰ ਕਰ ਲਾਂਗਾ, ਤਰ ਜਾਵਾਂਗਾ, ਕਿਉਂਕਿ ਇਹ ਦੁੱਖਾਂ ਦਾ ਸਮੁੰਦਰ ਹੈ, ਇਹ ਦੁੱਖਾਂ ਦਾ ਘਰ ਹੈ, ਇਹ ਤੂੰ ਪਾਰ ਕਰਨਾ ਬਹੁਤ ਔਖਾ ਕੰਮ ਹੈ। ਪਰ ਜੇ ਗੁਰੂ ਮਿਹਰ ਕਰ ਦੇ, ਗੁਰੂ ਕਿਰਪਾ ਕਰ ਦੇ, ਤੇ ਗੁਰੂ ਸਾਹਿਬ ਕਹਿੰਦੇ ਨੇ ਸਦ ਕੁਰਬਾਨੇ ਜਾਉ, ਮੈਂ ਸਦਾ ਹੀ ਤੇਰੇ ਤੋਂ ਬਲਿਹਾਰ ਕੁਰਬਾਨ ਜਾਨਾ ਵਾਂ। ਮੈਂ ਤੇਰੇ ਤੇ ਇਸ ਗੱਲ ਤੋਂ ਬਲਿਹਾਰ ਜਾਨਾ ਵਾਂ ਕਿ ਤੂੰ ਸਦਾ ਹੀ ਇਹ ਭਵਸਾਗਰ ਤੋਂ ਪਾਰ ਕਰਨ ਦੀ ਸ਼ਮਤਾ ਰੱਖਣਾ। ਰਹਾਓ ਠਹਿਰਾਵ ਦੇ ਕੇ ਮਹਾਰਾਜ ਕਹਿੰਦੇ ਪਏ ਨੇ ਸਰਬੰ ਸਾਚਾ ਏਕ ਹੈ ਦੂਜਾ ਨਾ ਹੀ ਕੋਏ। ਮਹਾਰਾਜ ਕਹਿੰਦੇ ਨੇ ਇੱਕ ਗੱਲ ਯਾਦ ਰੱਖ ਲਈ ਕਿ ਪਰਮਾਤਮਾ ਤੋਂ ਇਲਾਵਾ ਕੋਈ ਹੋਰ ਨਹੀਂ ਆ। ਕਿਹੜੇ ਹੋਰਾਂ ਦੇ ਚੱਕਰਾਂ 'ਚ ਪੈ ਜਾਏ ਕਿ ਫਲਾਣੇ ਬਾਬਾ ਮੇਰਾ ਕਰੇਗਾ, ਫਲਾਣਾ ਬਾਬਾ ਜੀ ਕਰਨਗੇ ਮੇਰੇ, ਫਲਾਣੀ ਮੇਰੀ ਕੋਈ ਸੰਸਥਾ ਕਰ ਦੇਗੀ। ਨਹੀਂ, ਕਿਸੇ ਨੇ ਕੁਛ ਨਹੀਂ ਕਰਨਾ ਹੀ, ਕਿਸੇ ਦੇ ਹੱਥ ਪੱਲੇ ਨਹੀਂ ਆ। ਐਵੇਂ ਕਿਸੇ ਕੋਲ ਜਾ ਕੇ ਸਮਾਂ ਨਾ ਖਰਾਬ ਕਰ ਦੇਈਂ, ਕਿਸੇ ਬਾਬੇ ਕਿਸੇ ਐਸੇ ਡੇਰੇ ਤੇ ਪਖੰਡੀਆਂ ਦੇ ਕੋਲ ਨਾ ਚਲਾ ਜਾਈਂ। ਉਹ ਰੱਬ ਇੱਕ ਤੋਂ ਸ਼ੁਰੂ ਹੋਇਆ, ਸਰਵਨ ਸਾਚਾ ਏਕ ਹੈ ਦੂਜਾ ਨਾ ਹੀ ਕੋਏ। ਉਹਦੇ ਮੇਰ ਨਾਲ ਉਹਨੂੰ ਸਿਮਰ, ਜਿਹਦੇ ਸਿਮਰਨ ਦੇ ਨਾਲ ਕੀ ਕਹਿੰਦੇ ਨੇ ਦੂਜਾ ਨਾ ਹੀ ਕੋਈ, ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ। ਪਰ ਉਹਦੀ ਸਿਮਰਨ ਸੇਵਾ ਉਹੀ ਕਰ ਸਕਦਾ ਹੈ ਜਿਹਦੇ ਉੱਤੇ ਉਹ ਨਦਰ ਕਰਦਾ ਹੈ, ਸਾਰੇ ਨਹੀਂ ਕਰ ਸਕਦੇ। ਤੁਸੀਂ ਹੁਣੇ ਪੜ੍ਹ ਕੇ ਆਏ ਹੋ ਨਾ ਜਪਜੀ ਸਾਹਿਬ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਬੈਠੇ, ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ, ਇਹ ਉਹਦਾ ਹੁਕਮ ਹੋਇਆ ਹੈ। ਉਹ ਤੁਹਾਡੇ ਤੇ ਤਰੁੱਠਿਆ ਵੇ। ਮੈਨੂੰ ਕਿਸੇ ਸੰਗਤ ਵਿੱਚੋਂ 5-6 ਦਿਨ ਪਹਿਲਾਂ ਫੋਨ ਆਇਆ, ਕਹਿੰਦੇ ਗੁਰੂ ਤਰੁੱਠਣ ਦੀ ਕੀ ਨਿਸ਼ਾਨੀ ਹੈ, ਗੁਰੂ ਦੇ ਖੁਸ਼ ਹੋਣ ਦੀ ਕੀ ਨਿਸ਼ਾਨੀ ਹੈ ਕਿ ਕੋਠੀ ਘਰ ਸਭ ਕੁਝ। ਮੈਂ ਕਿਹਾ ਨਹੀਂ, ਗੁਰੂ ਜਦ ਤਰੁੱਠਦਾ ਹੈ ਨਾ ਉਹਨੂੰ ਸੰਗਤ ਵਿੱਚ ਭੇਜ ਕੇ ਉਹਨੂੰ ਗੁਣਾ ਵਾਲਾ ਬਣਾ ਦਿੰਦਾ ਹੈ। ਗੁਰੂ ਸਮਝੋ ਤੁਹਾਡੇ ਤੇ ਤਰੁੱਠ ਗਿਆ। ਮਹਾਰਾਜ ਕਹਿੰਦੇ ਨੇ ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ। ਰੋਜ਼ ਪੜ੍ਹਦੇ ਹੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਬਿਨਾਂ ਨਦਰ ਤੋਂ ਕੁਛ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨੇ ਇਸ ਕਰਕੇ ਤੁਝ ਬਾਜ ਪਿਆਰੇ ਕੇਵ ਰਹਾ। ਹੇ ਪਰਮਾਤਮਾ ਤੇਰੀ ਯਾਦ ਤੋਂ ਬਿਨਾਂ ਤੇ ਮੈਂ ਵਿਆਕੁਲ ਹੋ ਰਿਹਾ ਹਾਂ। ਮੈਂ ਕਿਵੇਂ ਰਵਾਂ, ਕੇਵ ਰਹਾ, ਕਿਵੇਂ ਰਵਾਂ ਤੇਰੀ ਯਾਦ ਤੋਂ ਬਿਨਾਂ। ਜੇ ਹੁਣ ਤੂੰ ਮੈਨੂੰ ਉਹ ਨਾਮ ਦੇ ਰਸ ਦਾ ਉਹ ਸਵਾਦ ਚਖਾ ਦਿੱਤਾ ਤੇ ਮੈਂ ਹੁਣ ਦੱਸ ਮੈਂ ਤੇਰੇ ਨਾਮ ਤੋਂ ਬਗੈਰ ਕਿਵੇਂ ਰਹਿ ਸਕਣਾ ਵਾ। ਆਖਾਂ ਜੀਵਾਂ ਵਿਸਰੇ ਮਰ ਜਾਓ। ਤਾਂ ਮਹਾਰਾਜ ਕਹਿੰਦੇ ਨੇ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਮੈਨੂੰ ਉਹ ਵਡਿਆਈ ਦੇ, ਉਹ ਮਾਣ ਦੇ ਜਿਹਦੇ ਕਰਕੇ ਮੈਂ ਤੇਰੇ ਨਾਮ ਦੇ ਨਾਲ ਲੱਗਿਆ ਰਵਾਂ। ਬਸ ਦੇਖੋ ਮੈਨੂੰ ਦੁਨੀਆ ਦੀਆਂ ਵਡਿਆਈਆਂ ਨਹੀਂ ਚਾਹੀਦੀਆਂ ਬਈ ਫਲਾਣੇ ਨੇ ਮੈਨੂੰ ਵਾਹ ਵਾਹ ਕਹਿਤੀ। ਮਹਾਰਾਜ ਕਹਿੰਦੇ ਨੇ ਜੇ ਜੁਗ ਚਾਰੇ ਆਰ ਜਾ ਉਰਦ ਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੈ। ਨਾਮ ਵੀ ਚੰਗਾ ਰੱਖ ਲਿਆ, ਵਡਿਆਈਆਂ ਵੀ ਤੈਨੂੰ ਬੜੀਆਂ ਮੇਰੀਆਂ। ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੈ। ਮਹਾਰਾਜ ਕਹਿੰਦੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ। ਜੇ ਉਸ ਪਰਮਾਤਮਾ ਦੀ ਨਜ਼ਰ ਨਹੀਂ ਨਾ ਤੇ ਮਹਾਰਾਜ ਕਹਿੰਦੇ ਨੇ ਦੁਨੀਆ ਕੀਆਂ ਵਡਿਆਈਆਂ ਸਭ ਤੇਰੀਆਂ ਇੱਥੇ ਰਹਿ ਜਾਣੀਆਂ ਨੇ, ਕੋਈ ਫਾਇਦਾ ਨਹੀਂ ਹੈ। ਤੂੰ ਅਰਦਾਸ ਕਰ ਆਪਣੀ ਵੀ ਮੇਰੀ ਵੀ ਕਿ ਮੈਨੂੰ ਹੈ ਪਰਮਾਤਮਾ ਤੁਸੀਂ ਮੈਨੂੰ ਵਡਿਆਈ ਦਾ ਪਾਤਰ ਬਣਾ ਦਿਓ, ਮੈਂ ਤੇਰੇ ਗੁਣ ਗਾਵਾਂ। ਤਾਂ ਮਹਾਰਾਜ ਕਹਿੰਦੇ ਨੇ ਨਾਮ ਦੀ ਵਡਿਆਈ ਅਮਲ ਹੈ। ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਮੈਂ ਤੇ ਉਸ ਨੂੰ ਅੱਗ ਦੇ ਵਿੱਚ ਸਾੜ ਦਿੱਤੀਆਂ ਨੇ ਤੇਰੀਆਂ ਦੁਨੀਆ ਦੀਆਂ ਵਡਿਆਈਆਂ ਨੂੰ। ਮੈਨੂੰ ਦੁਨੀਆ ਦੀ ਵਾਵਾ ਨਹੀਂ ਚਾਹੀਦੀ, ਮੈਨੂੰ ਤੇਰੀ ਵਾਵਾ ਚਾਹੀਦੀ। ਫਰੀਦਾ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ। ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ। ਜੇ ਰੱਬਾ ਤੂੰ ਮੇਰੇ ਨਾਲ ਹੋ ਗਿਆ ਨਾ ਤੇ ਦੁਨੀਆ ਫਿਰ ਆਪੇ ਹੀ ਆ ਜਾਏ। ਫਿਰ ਜਿਹੜੇ ਮੇਰੇ ਵੈਰੀ ਨੇ ਨਾ ਉਹ ਵੀ ਹੋ ਜਾਣਗੇ ਮੇਰੇ ਨਾਲ। ਕਿਉਂ? ਕਿਉਂਕਿ ਤੂੰ ਮੇਰੇ ਨਾਲ ਹੈ,
तो गुरु साहब कहते सा वडियाई दे जित नाम तेरे लाग रहा। महाराज कहते दूजा ना ही कोई जिस आगे प्यारे जाए कहाँ। ਹੁਣ ਦੂਜਾ ਹੈ ਹੀ ਨਹੀਂ ਜਿਹਦੇ ਅੱਗੇ ਜਾ ਕੇ ਮੈਂ ਪੁਕਾਰ ਕਰਾਂ ਰਹਾਓ, ਦੂਜਾ ਰਹਾਓ। ਮਾਰੇ ਵਿਸ਼ਰਾਮ ਦੇ ਕੇ ਅੱਗੋਂ ਕਹਿ ਰਹੇ ਨੇ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ। ਉਸ ਪਰਮਾਤਮਾ ਦਾ ਸੇਵਾ ਕਰੋ, ਉਹਦੀ ਸਿਮਰਨ ਕਰੋ, ਉਹਦਾ ਭਜਨ ਬੰਦਗੀ ਕਰੋ। ਅਵਰ ਨਾ ਜਾਂਚੋ ਕੋਏ, ਹੋਰ ਕਿਸੇ ਕੋਲੋਂ ਨਾ ਮੰਗੋ। ਮਤ ਸੋਚੋ ਕਿ ਤੁਹਾਨੂੰ ਕੋਈ ਦੇ ਦੇਗਾ, ਤੁਹਾਡਾ ਘਰ ਪੂਰਾ ਕਰ ਦੇਗਾ। ਨਹੀਂ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਉਸ ਦਾਤੇ ਕੋਲ ਨਾ ਮੰਗੋ ਜਿਸ ਦਾਤੇ ਕੋਲ ਤੁਹਾਨੂੰ ਦੁਬਾਰਾ ਮੰਗਣ ਜਾਣਾ ਪਏ। ਹੋਛਾ ਸ਼ਾਹ ਨਾ ਕੀਚੀ, ਫਿਰ ਜਦੋਂ ਫਿਰ ਇਸ ਦਾਤਿਆਂ ਕੋਲੋਂ ਮੰਗੋਗੇ ਫਿਰ ਪਛਤਾਵਾ ਹੀ ਹੱਥ 'ਚ ਆਉਣਾ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਤਾ ਕਾ ਦਾਸ ਹੈ। ਮਹਾਰਾਜ ਕਹਿੰਦੇ ਨੇ ਇਹ ਨਾਨਕ ਕਹਿ ਰਹੇ ਨੇ ਆਪਣੇ ਆਪ ਨੂੰ ਨਿਮਰਤਾ ਵਿੱਚ ਲਿਆ ਕੇ ਮੈਂ ਤੁਹਾਡਾ ਦਾਸ ਹਾਂ। ਬਿੰਦ ਬਿੰਦ ਚੁੱਕ ਚੁੱਕ ਹੋਏ, ਬਿੰਦ ਬਿੰਦ ਮੈਂ ਤੁਹਾਡੇ ਖਿੰਨ ਖਿੰਨ ਹਰ ਪਲ ਚੁੱਕ ਚੁੱਕ, ਭਾਵ ਕਿ ਟੋਟੇ ਟੋਟੇ ਮੈਨੂੰ ਕੁਰਬਾਨ ਹੋ ਜਾ ਮੈਂ ਤੁਹਾਡੇ 'ਤੇ। ਮੈਨੂੰ ਇੰਨੀ ਸਮਝ ਆ ਗਈ ਕਿ ਦੁੱਖਾਂ ਦਾ ਨਾਸ਼ ਕਰਨ ਵਾਲਾ, ਦੁੱਖਾਂ ਨੂੰ ਖਤਮ ਕਰਨ ਵਾਲਾ, ਦੁੱਖ ਭੰਜਨ ਸਾਰਿਆਂ ਦੀ ਸੁਣਨ ਵਾਲਾ ਇੱਕ ਪਰਮਾਤਮਾ ਹੈ। ਮੈਂ ਉਹਦੇ ਤੋਂ ਕੁਰਬਾਨ ਜਾਨਾ। ਸਾਹਿਬ ਤੇਰੇ ਨਾਮ ਵਿਟੋਂ ਸਾਹਿਬ ਮਾਲ ਹੈ ਮਾਲਕ, ਤੇਰੇ ਨਾਮ ਤੋਂ ਮੈਂ ਸਦਕੇ ਜਾਨਾ। ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ। ਮਾਰੇ ਕਹਿੰਦੇ ਮੈਂ ਬਿੰਦ ਬਿੰਦ ਹਰ ਪਲ ਹਰ ਅੱਖ ਦੇ ਝਾਂਕਣ ਜੀਨਾ, ਹਰ ਸਮੇਂ ਮਤਲਬ ਕਿ ਮੈਂ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਨ। ਮੈਂ ਹਰ ਸਮੇਂ ਹਰ ਪਲ ਪਲ ਮੈਂ ਤੇਰੇ ਤੋਂ ਕੁਰਬਾਨ ਜਾਨਾ, ਵਾਰੀ ਜਾਨਾ ਵਾਂ। ਤਾਂ ਗੁਰੂ ਮਹਾਰਾਜ ਨੇ ਅੱਜ ਇਸ ਸ਼ਬਦ ਦੇ ਵਿੱਚ ਸਾਨੂੰ ਇਹ ਸਮਝਾ ਦਿੱਤਾ ਕਿ ਭਾਈ ਤੂੰ ਨਿਰਭਉ ਦੀ ਅਵਸਥਾ ਵਿੱਚ ਆ ਜਾ, ਜਿੱਥੇ ਡਰ ਹੀ ਕੋਈ ਨਹੀਂ। ਜਿਸ ਤਰ੍ਹਾਂ ਮੈਂ ਸਾਂਝ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਅਜਮੇਰ ਸ਼ਾਹ ਜਿਹੜਾ ਕਬਰ ਹੀ ਜਾ ਕੇ ਸੋ ਗਿਆ, ਕਹਿੰਦਾ ਮਹਾਰਾਜ ਮੈਨੂੰ ਬੜਾ ਡਰ ਲੱਗਦਾ ਹੈ। ਮਹਾਰਾਜ ਕਹਿੰਦੇ ਨੇ ਆ ਜਾ ਦੇ, ਤੂੰ ਡਰ ਤੋਂ ਰਹਿਤ ਹੋਣਾ ਚਾਹੁੰਦਾ ਹੈ ਨਾ, ਤੂੰ ਖੰਡੇ ਬਾਟੇ ਦੀ ਪੋਲ ਛੱਕ ਤੇ ਤੈਨੂੰ ਮੌਤ ਤੋਂ ਡਰ ਨਹੀਂ ਲੱਗੇਗਾ, ਮੌਤ ਤੇਰੇ ਕੋਲ ਡਰੇਗੀ। ਭਾਈ ਮਣੀ ਸਿੰਘ ਜੀ ਵਰਗਿਆਂ ਨੂੰ ਯਾਦ ਕਰੀਏ, ਬਾਬਾ ਦੀਪ ਸਿੰਘ ਜੀ, ਮਤੀ ਦਾਸ ਜੀ, ਸਤੀ ਦਾਸ ਜੀ, ਭਾਈ ਸੁਬੇਗ ਸਿੰਘ ਜੀ, ਸ਼ਾਹਬਾਜ਼ ਸਿੰਘ ਜੀ, ਤਮਾਮ ਬਾਬਾ ਬੰਦਾ ਸਿੰਘ ਬਹਾਦਰ, ਅਜੇ ਪਾਲ, ਹੋਰ ਕਈ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਿਰਭਉ ਦੀ ਅਵਸਥਾ ਵਿੱਚ ਪਹੁੰਚ ਕੇ ਜ਼ੁਲਮ ਕਰਨ ਵਾਲਿਆਂ ਨੂੰ ਐਸੀ ਇੱਕ ਸੇਧ ਦੇ ਦਿੱਤੀ ਕਿ ਮੌਤ ਵੀ ਉਹਨਾਂ ਨੂੰ ਨਹੀਂ ਡਰਾ ਸਕਦੀ। ਮੋਏ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ। ਤੋਂ ਮਹਾਰਾਜ ਕਿਰਪਾ ਕਰਨ, ਸਾਨੂੰ ਇੱਥੋਂ ਇਹ ਤੌਫੀਕ ਬਖਸ਼ਣ ਮਹਾਰਾਜ ਸਾਨੂੰ ਕਿ ਅਸੀਂ ਵੀ ਕਿਸੇ ਦੇ ਭੈ ਦੇ ਵਿੱਚ ਨਾ ਡਈਏ। ਮੌਤ ਆਣੀ ਹੈ ਤੇ ਆ ਜਾਏ, ਤੇ ਜੇ ਪਰਮਾਤਮਾ ਵੱਲੋਂ ਹੁਕਮ ਹੈ ਕਿਸੇ ਤੋਂ ਭੈ ਤੋਂ ਨਹੀਂ। ਕਈ ਵਾਰ ਅਸੀਂ ਕਮਰੇ ਬੰਦ ਵਿੱਚ ਹੀ ਕਿਰੇ ਇਹ ਸੱਪ ਹੀ ਨਾ ਹੋਵੇ, ਰੱਸੀ ਨੂੰ ਹੀ ਸੱਪ ਸਮਝ ਲੈਂਦੇ ਹਾਂ, ਡਰ ਜਾਂਦੇ ਹਾਂ। ਇਹ ਨਾ ਹੋ ਜਾਏ, ਕੁਛ ਨਹੀਂ ਹੋਏਗਾ। ਪਰਮਾਤਮਾ ਜਿਹਦੇ ਨਾਲ ਤੂੰ ਲੱਗਿਆ ਹੈ ਉਹ ਸਦਾ ਹੀ ਤੇਰੇ ਨਾਲ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲ ਹੈ। ਜਿੱਥੇ ਕੋਈ ਨਹੀਂ ਨਾ ਉੱਥੇ ਰੱਬ ਹੈ। ਮੈਂ ਇੱਕ ਪੰਕਤੀ ਦੱਸੀ ਨਾ, ਆਦ ਮਦ ਅੰਤ ਪ੍ਰਭ ਸੋਈ। ਉਹ ਆਦ ਵੇਲੇ ਵੀ, ਅੰਤ ਵੇਲੇ ਵੀ ਤੇ ਅਖੀਰਲੇ ਵੇਲੇ ਵੀ ਤੇਰੇ ਨਾਲ ਹੈ। ਨਾਨਕ ਤਿਸ ਬਿਨ ਅਵਰ ਨਾ ਕੋਈ, ਉਹਦੇ ਬਗੈਰ ਕੋਈ ਹੈ ਹੀ ਨਹੀਂ। ਜੇ ਉਹਦੇ ਲੜ ਲੱਗ ਗਿਆ ਤੂੰ ਵੀ ਨਿਰਭਉ ਹੋ ਜਾਏਗਾ। ਜਿਹੜਾ ਨਿਰਭਉ ਜਪੈ ਸਗਲ ਭਉ ਮਿਟੈ, ਸਾਰੇ ਭਉ ਮਿਟ ਜਾਣਗੇ। ਤੇ ਇਹ ਕਦੋਂ ਮਿਲਣਗੇ? ਗੁਰਪ੍ਰਸਾਦ, ਗੁਰੂ ਦੀ ਕਿਰਪਾ। ਖੰਡੇ ਬਾਟੇ ਦੀ ਪੋਲ ਛਕੋ, ਗੁਰੂ ਵਾਲੇ ਬਣ ਕੇ ਗੁਰੂ ਦੀ ਤਮਾਮ ਖੁਸ਼ੀਆਂ ਝੋਲੀ 'ਚ ਪਾਓ। ਇਤਨੀ ਸੇਵਾ ਪ੍ਰਵਾਨ ਕਰ ਲੈਣੀ। ਮੇਰੀਆਂ ਭੁੱਲਾਂ ਜੋ ਮੇਰੀਆਂ ਹਨ ਉਹ ਦਾਸ ਦੀ ਝੋਲੀ 'ਚ ਪਾ ਦੇਣਾ। ਚੰਗਾ ਬਚਨ ਜਿਹੜਾ ਹੈ ਉਹ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਹੈ, ਉਹਨੂੰ ਹਿਰਦੇ ਵਿੱਚ ਵਸਾਉਣਾ। ਇਹ ਮੇਰੀ ਬੇਨਤੀ ਪ੍ਰਵਾਨ ਕਰਨੀ। ਆਸ ਹੈ ਮਹਾਰਾਜ ਅਗਲੇ ਸਵਾਸ ਵੀ ਅਗਲੇ ਹਫਤੇ ਵਾਸਤੇ ਸਾਨੂੰ ਭੇਜਣਗੇ। ਅਸੀਂ ਫਿਰ ਤੁਹਾਡੇ ਇਸੇ ਤਰ੍ਹਾਂ ਰੂਬਰੂ ਦਰਸ਼ਨ ਕਰਾਂਗੇ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।